प्यारे बच्चों, ਅੱਜ ਅਸੀਂ ਇੱਕ ਨਵਾਂ ਚੈਪਟਰ ਲੈ ਕੇ ਆਏ ਹਾਂ ਫੰਡਾਮੈਂਟਲ ਆਫ ਈ ਬਿਜ਼ਨਸ ਦਾ ਇੰਟਰੋਡਕਸ਼ਨ ਟੂ ਇਲੈਕਟ੍ਰੋਨਿਕ ਕਮਰਸ ਈ ਕਮਰਸ। ਹੁਣ ਪਿਆਰੇ ਬੱਚੇ, ਜਿੰਨੇ ਆਪਾਂ ਚੈਪਟਰ ਅਜੇ ਤੱਕ ਪੜ੍ਹੇ ਆ ਨਾ, ਉਹਨਾਂ ਦਾ ਮਕਸਦ ਕੀ ਸੀ? ਉਹਨਾਂ ਦਾ ਮਕਸਦ ਇਹ ਸੀ ਕਿ ਆਪਾਂ ਇਸ ਚੈਪਟਰ ਤੱਕ ਪਹੁੰਚਾਂਗੇ ਤਾਂ ਕਿ ਆਪਾਂ ਨਾ ਆਪਣੀ ਕਮਰਸ ਨੂੰ ਵੇਖਾਂਗੇ ਕਿ ਇਲੈਕਟ੍ਰੋਨਿਕ ਵੀ ਨਾ ਕਿਸ ਤਰ੍ਹਾਂ ਚੱਲ ਸਕਦੀ ਹੈਗੀ, ਕਿਉਂਕਿ ਜਿਹੜਾ ਨਵਾਂ ਯੁੱਗ ਹੈਗਾ ਆ, ਆਉਣ ਵਾਲਾ ਸਮਾਂ ਹੈਗਾ ਆ, ਉਹ ਤੁਸੀਂ ਵੇਖ ਰਹੇ ਹੋ ਤੇਜ਼ੀ ਨਾਲ ਸ਼ਿਫਟ ਹੋ ਰਿਹਾ ਹੈਗਾ। ਇਲੈਕਟ੍ਰੋਨਿਕ ਕਮਰਸ ਦਾ ਜ਼ਮਾਨਾ ਆ ਚੁੱਕਿਆ ਹੈਗਾ ਆ। ਹੁਣ ਜਿੰਨੀਆਂ ਜੌਬਸ ਆ ਰਹੀਆਂ ਹੈਗੀਆਂ ਨੇ, ਜਿੰਨਾ ਬਿਜ਼ਨਸ ਉਹ 'ਚੋਂ ਨਿਕਲ ਰਿਹਾ ਆ, ਉਹ ਸਾਰਾ ਸ਼ਿਫਟ ਹੋ ਰਿਹਾ ਇਲੈਕਟ੍ਰੋਨਿਕ ਕਮਰਸ ਵੱਲ। ਤੇ ਇਸ ਕਰਕੇ ਸਾਨੂੰ ਇਹਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈਗਾ ਆ। ਤੇ ਇਹ ਜਿਹੜਾ ਚੈਪਟਰ ਹੈਗਾ ਆ, ਕਿਤੇ ਨਾ ਕਿਤੇ ਤੁਹਾਡੀ ਮਦਦ ਕਰੇਗਾ ਕਿ ਅਸੀਂ ਸਮਝ ਸਕੀਏ ਕਿ ਇਲੈਕਟ੍ਰੋਨਿਕ ਕਮਰਸ ਕੀ ਹੈਗੀ ਆ, ਈ ਕਮਰਸ ਕੀ ਹੈਗੀ ਆ, ਤੇ ਇਹ ਤੋਂ ਆਪਾਂ ਕਿਸ ਤਰ੍ਹਾਂ ਲਾਹਾ ਲੈ ਸਕਦੇ ਹਾਂ। ਕੁਐਸਚਨ ਦੇ ਆਨਸਰ ਦੇ ਰੂਪ ਚ ਵੀ ਆਪਾਂ ਇਹਨੂੰ ਸਮਝਾਂਗੇ ਤੇ ਇਹ ਵੀ ਸਮਝਾਂਗੇ ਕਿ ਇਹ ਨਵਾਂ ਟ੍ਰੈਂਡ ਕੀ ਆ। ਪਹਿਲਾ ਕੁਐਸਚਨ ਤਾਂ ਇਹੋ ਹੀ ਆਏਗਾ ਨਾ ਕਿ ਵਾਟ ਇਜ਼ ਈ ਕਮਰਸ? Electronic commerce refer to the buying and selling of goods and services over the internet। ਬੱਚੇ ਚਾਰ ਸ਼ਬਦ ਹੈਗੇ ਨੇ, ਦੋ ਤੇ ਆਪਾਂ ਪਹਿਲਾਂ ਹੀ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ, ਗੁੱਡਸ ਐਂਡ ਸਰਵਿਸਿਜ਼। ਸਾਰਾ ਬਿਜ਼ਨਸ ਇੱਥੇ ਹੀ ਹੈਗਾ ਨਾ, ਮਗਰ ਉਹਨੂੰ ਜਿਹੜਾ ਬਾਏ ਤੇ ਸੈਲ ਕਰਨਾ ਹੈਗਾ ਆ, ਉਹ ਕਿੱਥੇ ਕਰਨਾ? ਓਵਰ ਦਾ ਇੰਟਰਨੈਟ। It involves transaction between business organization and individual using electronic channel, ਕਿਹੜੇ such as email, online marketplace and website। ਯਾਰ ਬੱਚੇ, ਹੁੰਦਾ ਕੀ ਆ ਕਿ ਜਿਹੜਾ ਇਲੈਕਟ੍ਰੋਨਿਕ ਕਮਰਸ ਹੈਗਾ ਆ, ਉਹਦੇ ਵਿੱਚ ਗੁੱਡਸ ਐਂਡ ਸਰਵਿਸ ਖਰੀਦੇ ਤੇ ਵੇਚੇ ਜਾਣਗੇ, ਬਾਇੰਗ ਐਂਡ ਸੈਲਿੰਗ ਹੋਏਗੀ, ਮਗਰ ਹੋਏਗੀ ਕਿਸ ਤਰ੍ਹਾਂ? ਓਵਰ ਦਾ ਇੰਟਰਨੈਟ। ਉਹਦੇ ਵਿੱਚ ਕਿਸ ਤਰ੍ਹਾਂ ਹੋ ਸਕਦਾ? ਈਮੇਲ ਨਾਲ ਵੀ ਆਪਾਂ ਕਰ ਸਕਦੇ ਹਾਂ। ਅਸੀਂ ਕਿਸੇ ਬਿਜ਼ਨਸ ਓਨਰ ਨੂੰ ਕਿਹਾ ਕਿ ਸਾਨੂੰ, ਅਸੀਂ ਈਮੇਲ ਕੀਤੀ ਉਹਨੂੰ ਕਿ ਸਾਨੂੰ ਇੰਨਾ ਆਰਡਰ ਚਾਹੀਦਾ, ਉਹ ਸਾਨੂੰ ਉਹਨਾਂ ਆਰਡਰ ਭੇਜ ਦੇਗਾ। ਅਸੀਂ ਆਨਲਾਈਨ ਮਾਰਕੀਟ ਪਲੇਸ ਬਣੀਆਂ ਹੋਈਆਂ ਨੇ, ਉੱਥੇ ਜਾ ਸਕਦੇ ਹਾਂ। ਪਾਰਟਿਕੂਲਰਲੀ ਵੈਬਸਾਈਟਸ ਬਣੀਆਂ ਹੋਈਆਂ ਨੇ, ਉੱਥੇ ਜਾ ਸਕਦੇ ਹੈਗੇ ਆ। ਇਹ ਸਾਰੇ ਵੇ ਆਊਟ ਹੈਗੇ ਨੇ, ਮਗਰ ਹੁਣ ਬਜਾਏ ਕਿ ਆਪਾਂ ਉਸਕੋ ਫਿਜ਼ੀਕਲੀ ਜਾਣ ਦੇ, ਉਹਨੂੰ ਈਮੇਲ ਕਰ ਰਹੇ ਆ, ਉਹਦੀ ਵੈਬਸਾਈਟ ਤੇ ਜਾ ਰਹੇ ਹੈਗੇ ਆ, ਆਨਲਾਈਨ ਮਾਰਕੀਟ ਪਲੇਸਿਸ ਜਿਹੜੀਆਂ ਬਣੀਆਂ ਹੋਈਆਂ ਉੱਥੇ ਜਾ ਰਹੇ ਆ, ਤੇ ਕਰ ਕੀ ਰਹੇ? ਬਾਇੰਗ ਐਂਡ ਸੈਲਿੰਗ। ਕਾਹਦਾ? ਗੁੱਡਸ ਐਂਡ ਸਰਵਿਸ ਦਾ। ਪਰ ਕਿੱਥੇ? ਓਵਰ ਦਾ ਇੰਟਰਨੈਟ। ਤੇ ਆ ਇੱਕ ਡਿਫਾਈਨ ਵੀ ਹੈਗਾ ਹੈ ਕਿ ਵਾਟ ਇਜ਼ ਈ ਕਮਰਸ। ਅਗਰ ਤੁਹਾਨੂੰ ਆਉਂਦਾ ਆ, ਹੁਣ ਇਹਦੀ ਅਗਰ ਵਿਆਖਿਆ ਆ ਜਾਏ, ਇਹਦੇ ਐਗਜ਼ਾਮਪਲ ਆ ਜਾਏ, ਤੇ ਕਿਤੇ ਨਾ ਕਿਤੇ ਈ ਕਮਰਸ ਦਾ ਸਾਰਾ ਕਨਸੈਪਟ ਸਾਨੂੰ ਸਮਝ ਆ ਜਾਏਗਾ। ਮਗਰ ਇਹ ਚੱਲੇਗਾ ਕਿਸ ਤਰ੍ਹਾਂ? ਇੰਟਰਨੈਟ ਨਾਲ। ਇਹ ਬੇਸਿਕ ਗੱਲ ਹੈ ਜਿਹੜਾ ਇਹਨੂੰ ਈ ਬਣਾ ਰਿਹਾ ਹੈਗਾ ਆ। ਈ ਕਮਰਸ ਰੈਫਰ ਟੂ ਦਾ ਬਾਇੰਗ ਐਂਡ ਸੈਲਿੰਗ ਆਫ ਗੁੱਡਸ ਐਂਡ ਸਰਵਿਸ or the transmit of funds or data over an electronic network, primarily the internet। ਇਹਦੇ ਚ ਆਪਾਂ ਖਰੀਦ ਅਤੇ ਵੇਚ ਰਹੇ ਹਾਂ ਗੁੱਡ ਐਂਡ ਸਰਵਿਸ ਨੂੰ, ਜਾਂ ਫੰਡ ਦਾ ਟ੍ਰਾਂਸਫਰ ਵੀ ਅੱਜਕੱਲ ਕਰ ਰਹੇ ਹਾਂ, ਡੇਟਾ ਦਾ ਵੀ ਅਸੀਂ ਟ੍ਰਾਂਸਫਰ ਕਰ ਰਹੇ ਹਾਂ ਇੱਕ ਇਲੈਕਟ੍ਰੋਨਿਕ ਨੈਟਵਰਕ ਦੇ। ਤੇ ਜ਼ਿਆਦਾਤਰ ਉਹ ਕਿਹੜਾ ਹੁੰਦਾ ਆ? ਇੰਟਰਨੈਟ ਹੀ ਹੁੰਦਾ ਹੈਗਾ ਆ। This type of commerce are dramatically increased in recent year with the advent of the internet, mobile devices and online payment system। ਪਿਆਰੇ ਬੱਚਿਓ, ਇਹ ਹੁਣ ਵਾਲੇ ਸਮੇਂ 'ਚ ਬਹੁਤ ਫੈਲ ਰਿਹਾ। ਇਹਦੇ ਪਿੱਛੇ ਕਾਰਨ ਕੀ ਹੈਗੇ ਨੇ? ਇੱਕ ਤੇ ਕਾਰਨ ਹੈਗਾ ਕਿ ਇੰਟਰਨੈਟ ਦਾ ਫੈਲਾਅ, ਮੋਬਾਈਲ ਡਿਵਾਈਸਿਸ ਦਾ ਹੋਣਾ। ਹਰ ਕਿਸੇ ਕੋਲ ਮੋਬਾਈਲ ਹੈਗਾ, ਉਹ ਪੇਮੈਂਟ ਦੇ ਵੀ ਸਕਦਾ, ਲੈ ਵੀ ਸਕਦਾ ਹੈਗਾ, ਉਹ ਗੁੱਡਸ ਐਂਡ ਸਰਵਿਸ ਦਾ ਆਰਡਰ ਪਾ ਵੀ ਸਕਦਾ ਹੈ ਤੇ ਖਰੀਦ ਵੀ ਸਕਦਾ ਆ। ਤੇ ਸਾਰੇ ਆਪਸ਼ਨ ਅਵੇਲੇਬਲ ਨੇ ਨਾ। ਤੇ ਆਨਲਾਈਨ ਪੇਮੈਂਟ ਸਿਸਟਮ ਵੀ ਬਹੁਤ ਵਧੀਆ ਚੱਲ ਰਿਹਾ ਹੈਗਾ ਇੰਡੀਆ 'ਚ, ਖਾਸ ਕਰਕੇ UPI ਨੇ ਇੱਕ ਕ੍ਰਾਂਤੀ ਲਿਆਂਦੀ ਹੈਗੀ। ਤੇ ਹੁਣ ਇਸ ਕਰਕੇ ਬੜਾ ਆਸਾਨ ਹੋ ਗਿਆ, ਤੁਸੀਂ ਇੱਕ ਜਗ੍ਹਾ ਤੇ ਬੈਠ ਕੇ ਆਪਣੀ ਵੈਬਸਾਈਟ ਬਣਾ ਕੇ ਕੋਈ ਵੀ ਗੁੱਡਸ ਐਂਡ ਸਰਵਿਸ ਵੇਚ ਸਕਦੇ ਜੇ ਤੇ ਖਰੀਦ ਤੇ ਤੁਸੀਂ ਸਕਦੇ ਜੇ। ਤੁਸੀਂ ਵੇਖਿਆ, ਖਾਣਾ ਵੀ ਤੁਸੀਂ ਆਰਡਰ ਕਰ ਸਕਦੇ ਜੇ, ਕੋਈ ਗੁੱਡਸ ਕਰ ਸਕਦੇ ਜੇ, ਕੋਈ ਸਰਵਿਸ ਆਰਡਰ ਕਰ ਸਕਦੇ ਜੇ, ਉਹ ਤੁਹਾਨੂੰ ਆਰਾਮ ਦੇ ਨਾਲ ਮਿਲ ਜਾਏਗੀ। ਤੇ ਈ ਕਮਰਸ ਸਾਰਾ ਹੁਣ ਜਿਹੜਾ ਹੈਗਾ ਆ, ਇਹਦੇ ਹੁਣ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਐਪਲੀਕੇਸ਼ਨ ਕੀ ਕੀ ਹੈਗੇ ਨੇ। E-commerce refer to the buying and selling of product and services through the internet। ਇਹ ਲਾਈਨ ਬਾਰ-ਬਾਰ ਰਿਪੀਟ ਹੋ ਰਹੀ ਆ, ਸਾਨੂੰ ਹੁਣ ਸਮਝ ਆ ਗਈ ਹੋਏਗੀ। ਮਗਰ ਇਹ 'ਚ ਕੀ ਆ ਰਹੇ ਨੇ? ਐਪਲੀਕੇਸ਼ਨ ਕੀ ਆਏਗੀ? ਆਨਲਾਈਨ ਸ਼ਾਪਿੰਗ। ਕਸਟਮਰ ਕੈਨ ਪਰਚੇਜ਼ ਪ੍ਰੋਡਕਟ ਔਰ ਸਰਵਿਸ ਫਰੋਮ ਆਨਲਾਈਨ ਸਟੋਰਸ। ਕਿਸ ਤਰ੍ਹਾਂ ਦੇ ਮਾਰਕੀਟ ਪਲੇਸ, ਕਿਸ ਤਰ੍ਹਾਂ ਦੇ ਆਨਲਾਈਨ ਸਟੋਰਸ ਬਣੇ ਹੋਏ ਨੇ? ਤੁਸੀਂ ਜਾਣਦੇ ਹੋ ਕੁਝ ਵੈਬਸਾਈਟਸ ਹੈਗੀਆਂ ਨੇ ਨਾ, ਐਮਾਜ਼ਨ ਹੈਗੀ ਆ, ਈਬੇ ਹੈਗੀਆਂ ਨੇ, ਫਲਿੱਪਕਾਰਟ ਵੀ ਹੈਗੇ ਆ, ਬਹੁਤ ਸਾਰੇ ਵੈਬਸਾਈਟ ਤੁਸੀਂ ਅਵੇਲੇਬਲ ਨੇ। ਤੁਸੀਂ ਉੱਥੇ ਜਾਓ, ਤੁਸੀਂ ਸਮਾਨ ਖਰੀਦ ਸਕਦੇ ਜੇ, ਵੇਚ ਵੀ ਸਕਦੇ ਜੇ। ਉਸ ਤੋਂ ਬਾਅਦ ਡਿਜੀਟਲ ਡਾਊਨਲੋਡਸ, ਬਹੁਤ ਸਾਰੇ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ ਜਿਹਦੇ ਵਿੱਚ ਅਸੀਂ ਨਾ ਕੋਈ ਫਿਜ਼ੀਕਲ ਪ੍ਰੋਡਕਟ ਨਹੀਂ ਲੈਣਾ ਹੁੰਦਾ,
ਉਹਦੇ ਵਿੱਚ ਸਾਨੂੰ ਕੋਈ ਡਿਜੀਟਲ ਡਾਊਨਲੋਡ ਹੀ ਆਪਾਂ ਕਰ ਲੈਣਾ ਹੁੰਦਾ, ਕੋਈ ਮਿਊਜ਼ਿਕ ਹੋ ਸਕਦਾ, ਸੌਫਟਵੇਅਰ ਹੋ ਸਕਦਾ। ਹੁਣ ਪਹਿਲਾਂ ਬੁੱਕਸ ਹੁੰਦਾ ਸੀ ਨਾ, ਫਿਜ਼ੀਕਲ ਬੁੱਕਸ ਖਰੀਦਦੇ ਹਾਂ, ਹੁਣ ਤੇ ਈ ਬੁੱਕਸ ਅਵੇਲੇਬਲ ਹੈਗੀਆਂ ਨੇ, ਤੁਸੀਂ ਉਹਨੂੰ ਖਰੀਦ ਸਕਦੇ ਹੈਗੇ। ਜੇ ਤੁਹਾਨੂੰ ਪਰਮਿਸ਼ਨ ਮਿਲ ਜੇਗੀ ਤੁਸੀਂ ਡਾਊਨਲੋਡ ਕਰ ਲਓ। ਕੋਈ ਪਾਰਟਿਕੂਲਰ ਸੌਫਟਵੇਅਰ ਤੁਸੀਂ ਖਰੀਦਣਾ ਚਾਹੁੰਦੇ, ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕਿਤੇ ਜਾਓ CD ਖਰੀਦ ਕੇ ਲਿਆਓ ਇੰਸਟਾਲ ਕਰੋ, ਨਹੀਂ, ਨੈਟ ਤੇ ਅਵੇਲੇਬਲ ਹੈਗਾ। ਤੁਸੀਂ ਪੇਮੈਂਟ ਕਰਨੀ ਆ, ਡਿਜੀਟਲ ਡਾਊਨਲੋਡ ਪੋਸੀਬਲ ਹੋ ਜਾਏਗਾ। ਪਹਿਲਾਂ ਆਪਾਂ ਸ਼ਾਪਿੰਗ ਵੇਖਿਆ ਜਿਹਦੇ ਵਿੱਚ ਕਸਟਮਰ ਤੋਂ ਆਪਾਂ ਪ੍ਰੋਡਕਟ ਖਰੀਦ ਰਹੇ ਹੈਗੇ, ਵੈਬਸਾਈਟਸ ਅਵੇਲੇਬਲ ਨੇ। ਫਿਰ ਆਪਾਂ ਡਿਜੀਟਲ ਡਾਊਨਲੋਡ ਦੇ ਬਾਰੇ ਸਮਝਣ ਦੀ ਕੋਸ਼ਿਸ਼ ਕੀਤੀ। ਬਿਜ਼ਨਸ ਟੂ ਬਿਜ਼ਨਸ, ਇਹਦੇ ਬਾਰੇ ਨਾ ਬੱਚੇ ਹੋਰ ਵੀ ਬਹੁਤ ਸਾਰੇ ਫਾਰਮ ਆਉਣਗੇ, C2B, B2C, ਇਹ ਸਾਰੇ ਫਾਰਮ ਆਪਾਂ ਹੋਰ ਪੜਾਂਗੇ। ਪਰ ਹਜੇ ਇਹ ਸਮਝਣ ਦੀ ਕੋਸ਼ਿਸ਼ ਕਰੋ, ਈ ਕਮਰਸ ਅਲਾਓ ਬਿਜ਼ਨਸ ਟੂ ਪਰਚੇਜ਼ ਪ੍ਰੋਡਕਟ ਐਂਡ ਸਰਵਿਸ ਫਰੋਮ ਅਦਰ ਬਿਜ਼ਨਸ ਆਨਲਾਈਨ। ਮੰਨ ਲਓ ਬਿਜ਼ਨਸ ਹਾਊਸ ਹੈਗਾ ਆ, ਉਹ ਕਿਸੇ ਹੋਰ ਵੱਡੇ ਬਿਜ਼ਨਸ ਹਾਊਸ ਤੋਂ ਕੋਈ ਸਮਾਨ ਖਰੀਦ ਸਕਦਾ ਹੈਗਾ। ਅਸੀਂ ਇੱਥੇ ਬੈਠੇ ਹੋਏ ਕਿਸੇ ਹੋਰ ਮੁਲਕ ਤੋਂ ਵੀ ਆਪਾਂ ਚਾਹੀਏ ਤੇ ਕੋਈ ਸਮਾਨ ਖਰੀਦ ਸਕਦੇ ਹੈਗੇ ਆ। B2B ਬਿਜ਼ਨਸ ਵੀ ਬਹੁਤ ਵਧੀਆ ਚੱਲ ਰਿਹਾ ਹੈਗਾ। ਮੋਬਾਈਲ ਕਾਮਰਸ, e-commerce has expanded to mobile devices, allowing customer to make purchase using their smartphone or tablet। ਹੁਣ ਕਿੰਨਾ ਆਸਾਨ ਹੈਗਾ ਆ ਕਿ ਅਸੀਂ ਆਪਣੇ ਮੋਬਾਈਲ ਤੋਂ, ਸਮਾਰਟਫੋਨ ਤੋਂ, ਟੈਬਲੇਟਸ ਤੋਂ ਆਰਡਰ ਕਰੀਏ, ਸਾਨੂੰ ਸਮਾਨ ਮਿਲ ਜਾਂਦਾ। ਕੋਈ ਕੰਪਿਊਟਰ ਖੋਲਣ ਦੀ ਵੀ ਲੋੜ ਨਹੀਂ ਹੈ, ਮੋਬਾਈਲ ਸਭ ਕੁਝ ਅਵੇਲੇਬਲ ਹੋ ਗਿਆ ਹੈਗਾ। ਸਬਸਕ੍ਰਿਪਸ਼ਨ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਹਦੇ ਚ ਨਾ ਸਬਸਕ੍ਰਿਪਸ਼ਨ ਬੇਸਡ ਹੁੰਦੇ ਹੈਗੇ ਨੇ। ਮੰਥਲੀ ਸਬਸਕ੍ਰਿਪਸ਼ਨ ਦੇਣਾ, ਤੁਸੀਂ ਅੱਜ ਵੇਖਦੇ ਜੇ ਨਾ OTT ਜਿੰਨੇ ਵੀ ਹੈਗੇ ਨੇ ਉਹ ਸਾਰੇ ਮੰਥਲੀ ਸਬਸਕ੍ਰਿਪਸ਼ਨ ਤੇ ਚੱਲ ਰਹੇ ਹੈਗੇ ਨੇ, ਆਨਲਾਈਨ ਮੈਂਬਰਸ਼ਿਪ ਚੱਲ ਰਹੀਆਂ ਹੈਗੀਆਂ ਨੇ। ਹੁਣ ਆਹ ਸਭ ਚੀਜ਼ਾਂ ਹੋ ਸਕਦੀਆਂ ਨੇ। ਤੁਸੀਂ ਸਮਾਨ ਖਰੀਦ ਸਕਦੇ ਜੇ, ਕੋਈ ਡਿਜੀਟਲ ਬਣਾ ਸਕਦੇ ਜੇ, ਮਿਊਜ਼ਿਕ ਦੇ ਰੂਪ ਚ, ਸੌਫਟਵੇਅਰ ਦੇ ਰੂਪ ਚ, ਈ-ਬੁੱਕ ਦੇ ਰੂਪ ਚ, ਜਿਹਨੂੰ ਤੁਸੀਂ ਕਿਸੇ ਨੂੰ ਵੇਚ ਸਕਦੇ ਜੇ। ਬਿਜ਼ਨਸ ਟੂ ਬਿਜ਼ਨਸ ਚੱਲ ਰਿਹਾ ਹੈਗਾ ਆਨਲਾਈਨ, ਮੋਬਾਈਲ ਤੇ ਸਾਰਾ ਚੀਜ਼ਾਂ ਆ ਚੁੱਕੀ ਹੈਗੀ ਆ, ਤੇ ਸਬਸਕ੍ਰਿਪਸ਼ਨ ਵਾਲਾ ਵੀ ਤੁਸੀਂ ਚਲਾ ਸਕਦੇ ਹੈਗੇ ਜੇ। ਇਹ ਸਾਰੇ ਆਪਸ਼ਨ ਅੱਜ ਕੱਲ ਅਵੇਲੇਬਲ ਹੋ ਰਹੇ ਹੈਗੇ ਨੇ। ਇਸ ਚੀਜ਼ ਨੂੰ ਤੁਸੀਂ ਸਮਝ ਕੇ ਚੱਲਣਾ ਹੈਗਾ ਆ ਕਿ ਕਿਸ ਤਰ੍ਹਾਂ ਹੋ ਰਿਹਾ ਹੋਏਗਾ। ਇਸ ਤੋਂ ਬਾਅਦ ਬੱਚੇ ਹਿਸਟਰੀ ਅਗਰ ਆਪਾਂ ਪੜ੍ਹੀਏ ਕਿ ਈ-ਕਮਰਸ ਕਦੋਂ ਸ਼ੁਰੂ ਹੋਇਆ, ਇਹਦੀ ਹਿਸਟਰੀ ਬਹੁਤ ਪੁਰਾਣੀ ਤਾਂ ਨਹੀਂ ਆ, ਪਰ 1994 ਵਿੱਚ ਜਦੋਂ ਐਮਾਜ਼ਨ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਕਿ ਅਸੀਂ ਬੁੱਕ ਸਟੋਰ ਬਣਾਵਾਂਗੇ। ਹੁਣ ਜਿਹੜੀ ਐਮਾਜ਼ਨ ਵੈਬਸਾਈਟ ਤੁਸੀਂ ਵੇਖਦੇ ਜੇ ਨਾ, ਉੱਤੇ ਆਲਮੋਸਟ ਹਰ ਕੁਝ ਮਿਲ ਰਿਹਾ ਹੈਗਾ। ਮਗਰ ਸਟਾਰਟ ਇਹਨਾਂ ਦਾ ਕੀ ਹੋਇਆ ਸੀ, ਇਹਨਾਂ ਦਾ ਸਟਾਰਟ ਹੈਗਾ ਸੀ ਬੁੱਕ ਸੈਲਿੰਗ ਤੋਂ। ਤੇ ਇਹਨਾਂ ਨੇ ਬੁੱਕ ਸੈਲਿੰਗ ਨੂੰ ਸ਼ੁਰੂ ਕੀਤਾ ਇੰਟਰਨੈਟ ਤੇ ਸੋਚਿਆ ਕਿ ਅਸੀਂ ਬਾਇੰਗ ਐਂਡ ਸੈਲਿੰਗ ਕਰਾਂਗੇ, ਗੁੱਡਸ ਐਂਡ ਸਰਵਿਸਿਜ਼ ਦੀ। ਤੇ ਇਹ ਇੱਕ ਐਗਜ਼ਾਮਪਲ ਦੇ ਰੂਪ ਚ ਬਣ ਕੇ ਆਇਆ ਕਿ ਇਹਨਾਂ ਨੇ ਬੁੱਕਸ ਵੇਚਣੀਆਂ amazon.com ਤੋਂ ਸ਼ੁਰੂ ਕੀਤੀਆਂ। ਤੇ ਅੱਜ ਤੁਸੀਂ ਸਾਰੇ ਜਾਣਦੇ ਜੀ ਐਮਾਜ਼ਨ ਨੂੰ, ਤੇ ਇੱਥੋਂ ਇਹਦੀ ਸ਼ੁਰੂਆਤ ਹੋਈ ਸੀ। ਹੁਣ ਇਹਦੇ ਵਿੱਚ ਕਿਹੜੇ ਕਿਹੜੇ ਐਲੀਮੈਂਟ ਆ ਸਕਦੇ ਹੈਗੇ ਨੇ, ਇਹਦੇ ਵਿੱਚ ਆਨਲਾਈਨ ਮਾਰਕੀਟ ਪਲੇਸ ਹੈਗੀ ਆ, ਪੇਮੈਂਟ ਸਿਸਟਮ ਚੱਲੇਗਾ, ਸ਼ਾਪਿੰਗ ਕਾਰਟ ਹੋਏਗਾ, ਉੱਥੇ ਆਪਾਂ ਸਮਾਨ ਐਡ ਕਰ ਲੈਂਦੇ ਨਾ ਕਿ ਆ ਮੈਨੂੰ ਚਾਹੀਦਾ, ਹਜੇ ਮੈਂ ਖਰੀਦਿਆ ਨਹੀਂ ਪਰ ਮੈਂ ਐਡ ਕਰ ਲਿਆ, ਮੈਂ ਉਹ 'ਚੋਂ ਮਾਈਨਸ ਵੀ ਕਰ ਸਕਦਾ ਤੇ ਜੋੜ ਵੀ ਸਕਦਾ ਹੈਗਾ। ਇਨਵੈਂਟਰੀ ਮੈਨੇਜਮੈਂਟ ਸਾਰਾ ਕੰਮ ਅਸੀਂ ਆਨਲਾਈਨ ਹੁਣ ਕਰ ਸਕਦੇ ਹੈਗੇ। ਸ਼ਿਪਿੰਗ ਐਂਡ ਡਿਲੀਵਰੀ ਇਹ ਸਾਡੇ ਕੋਲ ਆਨਲਾਈਨ ਪੋਸੀਬਲ ਹੋ ਰਿਹਾ ਹੈਗਾ। ਕਸਟਮਰ ਸਰਵਿਸ ਦੇਣਾ ਆਨਲਾਈਨ ਪੋਸੀਬਲ ਹੋ ਰਿਹਾ ਹੈਗਾ। ਮਾਰਕੀਟਿੰਗ ਐਂਡ ਐਡਵਰਟਾਈਜ਼ਮੈਂਟ, ਹੁਣ ਮਾਰਕੀਟਿੰਗ ਬੱਚੇ ਸਾਰੀ ਸ਼ਿਫਟ ਹੁੰਦੀ ਜਾ ਰਹੀ ਹੈਗੀ ਆ, ਈ ਮਾਰਕੀਟਿੰਗ ਹੁੰਦੀ ਜਾ ਰਹੀ ਹੈਗੀ ਆ। ਮੋਬਾਈਲ ਕਮਰਸ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਸੋਸ਼ਲ ਕਮਰਸ ਦੇ ਬਾਰੇ ਆਪਾਂ ਗੱਲ ਕਰ ਰਹੇ ਹੈਗੇ ਆ। ਇਹ ਸਾਰੇ ਐਲੀਮੈਂਟ ਨੇ ਈ ਕਮਰਸ ਦੇ। ਜਦੋਂ ਈ ਕਮਰਸ ਆਏਗਾ ਤੇ ਇਹ ਸਭ ਆਉਣਗੇ। ਤੇ ਅਸੀਂ ਹੁਣ ਸਮਝਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਈ ਕਮਰਸ ਕੀ ਹੈਗਾ, ਉਹਦੇ ਵਿੱਚ ਕਿਹੜੇ ਕਿਹੜੇ ਐਲੀਮੈਂਟ ਆ ਰਹੇ ਹੈਗੇ ਨੇ, ਕਿਹੜੀ ਕਿਹੜੀ ਐਪਲੀਕੇਸ਼ਨਸ ਹੈਗੀਆਂ ਨੇ। ਜਦੋਂ ਇਹ ਸਾਰੀ ਚੀਜ਼ਾਂ ਸਾਨੂੰ ਸਮਝ ਆ ਰਹੀਆਂ ਨੇ ਤੇ ਅਸੀਂ ਸਮਝਣ ਦੇ ਵਿੱਚ ਕਾਮਯਾਬ ਹੋ ਰਹੇ ਹਾਂ। ਹੁਣ ਇੱਕ ਚੀਜ਼ ਸਮਝਾਂਗੇ, ਫੰਕਸ਼ਨਸ। E-commerce provide a platform for business to reach a wider audience and increase their customer base। प्यारे बच्चों, मैं सिंपल जो एग्जांपल लेना, मान लो मैं अमृतसर हैगा, मैं इत्थे कोई बिजनेस शुरू करना चाहना हैगा। मान लो मैं फुलकारियां बेचदा हैगा आ ते मेरी एक शॉप हैगी आ ते ਉਹ ਤੇ ਕੌਣ ਖਰੀਦੇਗਾ? ਜ਼ਿਆਦਾ ਤੋਂ ਜ਼ਿਆਦਾ ਅੰਮ੍ਰਿਤਸਰ ਵਾਲੇ ਲੋਕ, ਉਹ ਵੀ ਪਾਰਟਿਕੂਲਰਲੀ ਮੇਰੇ ਏਰੀਆ ਵਾਲੇ ਲੋਕ। ਮਗਰ ਅਗਰ ਉਸੇ ਨੂੰ ਮੈਂ ਈ-ਕਮਰਸ ਵਿੱਚ ਲੈ ਜਾਵਾਂ ਤੇ ਫਿਰ ਕੀ ਹੋਏਗਾ? ਹੋ ਸਕਦਾ ਬਹੁਤ ਸਾਰੇ NRI ਭੈਣ ਭਰਾ ਸਾਡੇ ਖਰੀਦਣ ਡੈ ਪਣ, ਜਿਨ੍ਹਾਂ ਨੂੰ ਲੱਗੇ ਵੀ ਅੰਮ੍ਰਿਤਸਰ ਦੀ ਫੁਲਕਾਰੀਆਂ ਬਹੁਤ ਵਧੀਆ ਹੁੰਦੀਆਂ ਨੇ, ਇਸ ਵੈਬਸਾਈਟ ਤੋਂ ਮਿਲਦੀਆਂ ਹੈਗੀਆਂ। ਤੇ ਫਿਰ ਹੋਇਆ ਕੀ? ਵਾਈਡਰ ਆਡੀਅੰਸ ਹੋ ਗਈ ਨਾ। ਪਹਿਲਾਂ ਮੈਂ ਇੱਕ ਸ਼ਹਿਰ ਤੇ ਇੱਕ ਇਲਾਕੇ ਤੇ ਮੌਜੂਦ ਹਾਂ, ਹੁਣ ਮੈਂ ਪੂਰੇ ਦੇਸ਼ਾਂ ਵਿੱਚ, ਵਿਦੇਸ਼ਾਂ ਵਿੱਚ ਮੌਜੂਦ ਹੈਗਾ ਆ। ਵਰਲਡ ਵਾਈਡ ਕਿਤੇ ਵੀ ਮੇਰੇ ਕੋਲ ਕਸਟਮਰ ਬੇਸ ਆ ਰਿਹਾ ਹੈਗਾ ਆ, ਤੇ ਇਹਨਾਂ ਆਡੀਅੰਸ ਤੇ ਕਸਟਮਰ ਬੇਸ ਵਿੱਚ ਵਾਧਾ ਹੁੰਦਾ ਹੈ। It enables customer to purchase product and service from the comfort of their home। ਹੁਣ ਕਿਤੇ ਆਉਣ ਜਾਣ ਦੀ ਵੀ ਲੋੜ ਨਹੀਂ, ਕੋਈ ਵਿਅਕਤੀ ਕਿਤੇ ਵੀ ਚੈੱਕ ਕਰ ਸਕਦਾ, ਕੋਈ ਪ੍ਰੋਡਕਟ ਵੇਖ ਸਕਦਾ ਹੈਗਾ ਆ, ਗੁੱਡਸ ਐਂਡ ਸਰਵਿਸ ਨੂੰ ਆਰਡਰ ਕਰ ਸਕਦਾ ਹੈਗਾ। E-commerce provide real time data analytics and insight to business to better understand their customer and make informed decision। ਹੁਣ ਇੱਕ ਚੀਜ਼ ਬਹੁਤ ਵਧੀਆ ਹੋ ਰਹੀ ਆ, ਜਦੋਂ ਅਸੀਂ ਕਿਸੇ ਵੈਬਸਾਈਟ ਤੇ ਕੋਈ ਚੀਜ਼ ਖਰੀਦਦੇ ਆ ਨਾ, ਉਹਨਾਂ ਨੇ
ਸੋਲਿਡ ਅੰਦਾਜ਼ਾ ਮਿਲ ਜਾਂਦਾ ਆ ਕਿ ਇਹ ਕਸਟਮਰ ਨੂੰ ਕਿਸ ਤਰ੍ਹਾਂ ਦੀ ਚੀਜ਼ਾਂ ਪਸੰਦ ਆਉਂਦੀਆਂ ਨੇ, ਉਹ ਉਸ ਤਰ੍ਹਾਂ ਦੀਆਂ ਚੀਜ਼ਾਂ ਉਹਨੂੰ ਪੇਸ਼ਕਾਰੀ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ। ਤੁਹਾਨੂੰ ਆਪਣੇ ਕਸਟਮਰ ਨੂੰ ਸਮਝਣ 'ਚ ਆਸਾਨੀ ਹੋ ਜਾਂਦੀ ਹੈ। ਜਦੋਂ ਅਸੀਂ ਸ਼ਾਪ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਸਾਨੂੰ ਇੱਕ ਮੁਸ਼ਕਲ ਆਉਂਦੀ ਸੀ ਕਿ ਇਹ ਕਸਟਮਰ ਨੂੰ, ਕਿਉਂਕਿ ਇੰਨੇ ਕਸਟਮਰ ਸਟੱਡੀ ਕਰਨਾ ਪੋਸੀਬਲ ਨਹੀਂ ਸੀ ਆਫਲਾਈਨ, ਆਨਲਾਈਨ ਪੋਸੀਬਲ ਹੋ ਰਿਹਾ ਹੈਗਾ। ਸਾਨੂੰ ਕੋਈ ਡੇਟਾ ਆਤਾ ਜਾ ਰਿਹਾ ਹੈਗਾ, ਅਸੀਂ ਉਸ ਡੇਟੇ ਦੇ ਨਾਲ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿੰਨੇ ਵੀ ਵੇਖੋ ਤੁਸੀਂ ਵੇਖਦੇ ਜੇ ਇਵਨ ਦੁਕਾਨਾਂ ਤੇ ਜਿੱਥੇ ਆਨਲਾਈਨ ਬਿਲਿੰਗ ਹੁੰਦੀ ਹੈਗੀ ਆ, ਕੰਪਿਊਟਰ ਨਾਲ ਬਿਲਿੰਗ ਹੁੰਦੀ ਹੈਗੀ ਆ, ਉਹ ਤੁਹਾਡੇ ਕੋਲ ਫੋਨ ਨੰਬਰ ਮੰਗ ਲੈਂਦੇ ਨੇ ਤੇ ਉਹਨਾਂ ਨੂੰ ਇੱਕ ਅੰਦਾਜ਼ਾ ਹੋ ਜਾਂਦਾ ਕਿ ਇਸ ਫੋਨ ਨੰਬਰ ਵਾਲਾ ਜਿਹੜਾ ਵਿਅਕਤੀ ਆ ਪਾਰਟਿਕੂਲਰਲੀ ਇਸ ਤਰ੍ਹਾਂ ਦਾ ਸਮਾਨ ਲੈਂਦਾ ਹੈਗਾ। ਤੇ ਜੇ ਤੁਸੀਂ ਉੱਤੇ ਕੋਈ ਡਿਸਕਾਊਂਟ ਦੇ ਦਿਓ, ਉਹਨੂੰ ਮੈਸੇਜ ਕਰਕੇ ਦੱਸ ਦਿਓ ਕਿ ਅਸੀਂ ਇਸ ਪ੍ਰੋਡਕਟ ਤੇ ਸਰਵਿਸ ਤੇ ਆਪਾਂ ਤੁਹਾਨੂੰ ਡਿਸਕਾਊਂਟ ਦੇ ਰਹੇ ਹਾਂ, ਤੇ ਉਹ ਕਸਟਮਰ ਤੁਹਾਡੇ ਕੋਲ ਭੱਜ ਆਏਗਾ। ਤੇ ਈ-ਕਾਮਰਸ ਜਿਹੜਾ ਹੈਗਾ ਆ, ਇਹਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਫੰਕਸ਼ਨ ਸਾਹਮਣੇ ਆ ਰਹੇ ਹੈਗੇ ਨੇ, ਇਹਨਾਂ ਨੂੰ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਬਾਅਦ ਬੈਨੀਫਿਟ। ਬੱਚੇ ਬੈਨੀਫਿਟ ਕੀ ਹੈਗੇ ਨੇ? ਜਦੋਂ ਮੈਂ ਇੱਕ ਸ਼ਾਪ ਚਲਾ ਰਿਹਾ ਹੈਗਾ ਨਾ, ਤੇ ਮੇਰੀ ਇੱਕ ਲਿਮਿਟੇਸ਼ਨ ਹੈ, ਮੈਂ 10 ਘੰਟੇ 12 ਘੰਟੇ 16 ਘੰਟੇ 18 ਘੰਟੇ ਕਿੰਨਾ ਚਿਰ ਉਸ ਸ਼ਾਪ ਨੂੰ ਖੋਲਾਂ, ਕਿੰਨਾ ਚਿਰ ਉਸ ਸ਼ਾਪ ਦੇ ਅੰਦਰ ਬੈਠ ਕੇ ਉਹਨੂੰ ਕੰਮ ਕਰਾਂ। ਮਗਰ ਜਦੋਂ ਆਪਾਂ ਈ-ਕਾਮਰਸ ਦੀ ਗੱਲ ਕਰ ਰਹੇ, ਫਿਰ e-commerce provide ability to shop 24/7 without having to physical visit store। ਜਿਸ ਵਿਅਕਤੀ ਨੇ, ਕਸਟਮਰ ਨੇ ਜਦੋਂ ਚਾਹੇ ਉਹ ਆਰਡਰ ਕਰ ਸਕਦਾ ਹੈਗਾ। ਅਸੀਂ ਅਗਰ ਰਾਤ ਦੇ 2 ਵਜੇ ਵੀ ਆਪਣੀ ਕੋਈ ਵੈਬਸਾਈਟ ਖੋਲੀਏ ਜਿੱਥੇ ਆਪਾਂ ਆਰਡਰ ਦੇਣਾ ਚਾਹੁੰਦੇ ਹਾਂ ਤਾਂ ਅਵੇਲੇਬਲ ਹੈ, ਪ੍ਰੋਡਕਟ ਸਰਚ ਕਰ ਲਈਏ, ਜਿਹੜਾ ਪਸੰਦ ਆਉਂਦਾ ਤੇ ਆਸਾਨੀ ਹੋਗੀ ਨਾ। ਅੱਛਾ, ਵਾਈਡਰ ਸਿਲੈਕਸ਼ਨ ਹੈ। ई-ਕਾਮਰਸ ਆਫਰ ਹੈ ਵਾਈਡਰ ਰੇਂਜ ਆਫ ਪ੍ਰੋਡਕਟ ਐਂਡ ਸਰਵਿਸ। ਪਹਿਲਾਂ ਵਿੱਚ ਬਹੁਤ ਲਿਮਿਟ ਹੁੰਦਾ ਸੀ। ਮੰਨ ਲਓ ਮੈਂ ਇੱਕ ਸ਼ਹਿਰ ਵਿੱਚ ਹੈਗਾ ਆ, ਉਹ ਸ਼ਹਿਰ ਦੀ ਦੁਕਾਨਾਂ ਜੋ ਮੈਨੂੰ ਦੇ ਸਕਦੀਆਂ ਨੇ, ਮੈਂ ਸਿਰਫ ਉਹੀ ਖਰੀਦ ਪਾ ਰਿਹਾ ਸੀ। ਮਗਰ ਹੁਣ ਮੇਰੇ ਕੋਲ ਪੂਰੀ ਦੁਨੀਆ ਆ, ਮੈਂ ਕਿਤੇ ਵੀ ਆਰਡਰ ਕਰ ਸਕਦਾ ਹੈਗਾ, ਮੈਂ ਕਿਸੇ ਵੀ ਮੁਲਕ ਤੋਂ ਆਰਡਰ ਕਰ ਸਕਦਾ ਹੈਗਾ ਆ, ਤੇ ਬਹੁਤ ਵਾਈਡ ਸਿਲੈਕਸ਼ਨ ਹੋ ਚੁੱਕੀ ਆ। ਕਸਟਮਰ ਨੂੰ ਵੀ ਬਹੁਤ ਵਾਈਡ ਕਲੈਕਸ਼ਨ ਮਿਲ ਰਹੀ ਹੈਗੀ ਆ। ਅੱਛਾ, ਕੋਸਟ ਵਿੱਚ ਵੀ ਫਰਕ ਆਇਆ, ਲੋਅਰ ਕੋਸਟ। ਆਨਲਾਈਨ ਰਿਟੇਲਰ often have lower overhead cost which they pass to customer in form of lower price। ਹੁੰਦਾ ਕੀ ਹੈ ਬੱਚੇ ਕਿ ਬਹੁਤ ਸਾਰੇ ਮਿਡਲਮੈਨ ਕੱਟ ਜਾਂਦੇ ਹੈਗੇ ਨੇ ਜਦੋਂ ਆਪਾਂ ਈ-ਕਾਮਰਸ ਚਲਾਉਂਦੇ ਹੈਗੇ ਆ। ਡਾਇਰੈਕਟ ਟੂ ਡਾਇਰੈਕਟ ਸੇਲ ਹੁੰਦਾ ਪੈਂਦੀ ਆ, ਤੇ ਜਿਹੜਾ ਫਿਰ ਪ੍ਰੋਫਿਟ ਬਚਦਾ ਹੈਗਾ ਆ ਉਹ ਕਸਟਮਰ ਨੂੰ ਸ਼ਿਫਟ ਹੁੰਦਾ ਪੈਂਦਾ। ਇਹਦਾ ਕਾਸਟ ਜਿਹੜੀ ਉਹ ਘਟ ਜਾਂਦੀ ਹੈਗੀ ਆ। ਤਾਂ ਕਰਕੇ ਤੁਸੀਂ ਵੇਖੋਗੇ ਕਿ ਅੱਜ ਕੱਲ੍ਹ ਖਾਸ ਕਰਕੇ ਜਦੋਂ ਮੋਬਾਈਲ ਦੀ ਆਪਾਂ ਗੱਲ ਕਰਦੇ ਹਾਂ, ਇਹ ਬਹੁਤ ਮੁਸ਼ਕਿਲ ਆ ਰਹੀ ਹੈਗੀ ਆ ਕਿ ਆਨਲਾਈਨ ਮੋਬਾਈਲ ਬਹੁਤ ਸਸਤੇ ਮਿਲਦੇ ਨੇ ਤੇ ਜਦੋਂ ਆਪਾਂ ਰਿਟੇਲ ਤੇ ਜਾਂਦੇ ਤੁਹਾਨੂੰ ਮਹਿੰਗੇ ਮਿਲਦੇ ਨੇ। ਤੇ ਇਹ ਸਮੱਸਿਆ ਕਿਉਂ ਆਈ? ਕਿਉਂਕਿ ਉੱਥੇ ਮਿਡਲਮੈਨ ਘਟ ਗਏ ਤੇ ਉਧਰ ਉਹਨਾਂ ਨੂੰ ਰੇਟ ਆਸਾਨ ਹੋ ਗਿਆ। ਇਸ ਕਰਕੇ ਈ-ਕਾਮਰਸ ਵਿੱਚ ਇਹ ਬਹੁਤ ਜ਼ਿਆਦਾ ਚੱਲ ਰਿਹਾ ਕਿ ਬਹੁਤ ਸਾਰੇ ਇਹੋ ਜਿਹੇ ਪ੍ਰੋਡਕਟ ਹੈਗੇ ਨੇ ਜਿਹਦੇ ਵਿੱਚ ਪ੍ਰਾਈਸ ਜਿਹੜਾ ਹੈਗਾ ਤੁਹਾਨੂੰ ਲੋਅਰ ਮਿਲ ਰਿਹਾ ਹੈਗਾ, ਤੇ ਤੁਸੀਂ ਇਸ ਕੰਪੀਟੀਸ਼ਨ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਹੁਣ ਇਹਦੀ ਇੰਪੋਰਟੈਂਸ ਕੀ ਹੈਗੀ ਕਿ ਆਪਾਂ ਇਹਨੂੰ ਇਗਨੋਰ ਕਰ ਸਕਦੇ ਹੈਗੇ? ਇਸ ਤਰ੍ਹਾਂ ਹੋ ਸਕਦਾ ਹੈਗਾ ਕਿ ਅਸੀਂ ਆਖੀਏ ਕਿ ਨਹੀਂ ਜੀ, ਅਸੀਂ ਤੇ ਬਿਨਾਂ ਈ-ਕਾਮਰਸ ਦੇ ਹੀ ਚੱਲ ਸਕਦੇ ਹੈਗੇ ਆ, ਸਾਨੂੰ ਇਹਦੀ ਕੋਈ ਲੋੜ ਨਹੀਂ ਹੈਗੀ। ਸਾਨੂੰ ਹੁਣ ਇਸ ਤੋਂ ਆਪਾਂ ਇਗਨੋਰ ਨਹੀਂ ਕਰ ਸਕਦੇ। ਮੰਨ ਕੇ ਚੱਲੀਏ ਕਿ ਇੱਕ ਨਵਾਂ ਟ੍ਰੈਂਡ ਹੈਗਾ, ਇਹਦੇ ਬਹੁਤ ਸਾਰੇ ਬੈਨੀਫਿਟ ਹੈਗੇ ਨੇ, ਇਹਦੀ ਇੰਪੋਰਟੈਂਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਇਕਨੋਮਿਕ ਗ੍ਰੋਥ ਵਾਸਤੇ ਈ-ਕਾਮਰਸ ਹੈਜ਼ revolutionized the way business operate leading to increase economic growth and job creation। ਹੁਣ ਇਹਨੇ ਇੱਕ ਨਵਾਂ ਰੈਵੋਲੂਸ਼ਨ ਤਿਆਰ ਕਰ ਦਿੱਤਾ ਹੈਗਾ, ਇੱਕ ਨਵੀਂ ਕ੍ਰਾਂਤੀ ਸਾਡੇ ਸਾਹਮਣੇ ਪੇਸ਼ ਕਰ ਦਿੱਤੀ ਹੈਗੀ ਆ ਕਿ ਬਿਜ਼ਨਸ ਨੂੰ ਕਿਸ ਤਰ੍ਹਾਂ ਆਪਰੇਟ ਕੀਤਾ ਜਾਵੇ, ਲੀਡਿੰਗ ਟੂ ਇਨਕਰੀਜ਼ ਇਕਨੋਮਿਕ ਗਰੋਥ। ਤੇ ਉਸੇ ਕਰਕੇ ਇਕਨੋਮਿਕ ਗਰੋਥ ਵੀ ਹੋ ਰਹੀ ਹੈਗੀ ਆ। ਹੁਣ ਵੇਖੋ, ਜਿੱਥੇ ਮੈਂ ਬਾਰ-ਬਾਰ ਐਗਜ਼ਾਮਪਲ ਦੇ ਰਿਹਾ ਕਿ ਇੱਕ ਵਿਅਕਤੀ ਇੱਕ ਲਿਮਿਟ ਕਰ ਜਾਂਦਾ ਸੀ ਇੱਕ ਬਿਜ਼ਨਸ ਨੂੰ, ਇੱਕ ਇਲਾਕੇ ਤੱਕ, ਇੱਕ ਛੋਟੇ ਸ਼ਹਿਰ ਤੱਕ। ਹੁਣ ਉਹ ਵਿਅਕਤੀ ਪੂਰੀ ਦੁਨੀਆ ਵਿੱਚ ਆਪਣਾ ਸਾਮਰਾਜ ਫੈਲਾ ਸਕਦਾ ਹੈਗਾ, ਕਿਤੇ ਵੀ ਉਸ ਨੂੰ ਉਹ ਵੇਚ ਸਕਦਾ ਹੈਗਾ, ਤੇ ਇਹਨਾਂ ਸਾਰੇ ਦੇਸ਼ ਦੀ ਗਰੋਥ ਵੱਧਦੀ ਹੈਗੀ। ਜੇ ਮੰਨ ਲਓ ਮੈਂ ਇੰਡੀਆ ਦਾ ਪ੍ਰੋਡਕਟ ਸਾਰੀ ਦੁਨੀਆ 'ਚ ਵੇਚ ਪਾ ਰਿਹਾ, ਤੇ ਕਿਤੇ ਨਾ ਕਿਤੇ ਇਹ ਇਕਨੋਮਿਕ ਗਰੋਥ ਨੂੰ ਇੱਕ ਕ੍ਰਾਂਤੀਕਾਰੀ ਪੱਖ ਦਿੰਦਾ ਹੈਗਾ। ਇਸ ਕਰਕੇ ਇਸ ਚੀਜ਼ ਨੂੰ ਆਪਾਂ ਸਮਝਣਾ। ਅੱਛਾ, ਨਵੇਂ ਜੌਬ ਵੀ ਬਹੁਤ ਸਾਰੇ ਕ੍ਰੀਏਟ ਹੋ ਰਹੇ। ਕਿਤੇ ਇਹ ਵੀ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਜੌਬ ਜਾ ਰਹੇ ਨੇ, ਮਗਰ ਬੱਚੇ ਸਮਝਣਾ ਪਊਗਾ ਜੋ ਜੌਬ ਉਹ ਜਾ ਰਹੇ ਨੇ ਜਿਹੜੇ ਰੈਪੀਟੇਟਿਵ ਹੈਗੇ ਸੀ, ਤੇ ਆਹ ਕਿਹੜੇ ਰਹੇ ਨੇ ਜਿਹੜੇ ਨਵੇਂ ਕ੍ਰੀਏਟਿਵ ਹੈਗੇ ਨੇ, ਜਿਹਦੇ ਵਿੱਚ ਕੁਝ ਕ੍ਰਿਟੀਕਲ ਥਿੰਕਿੰਗ ਲੱਗ ਰਹੀ ਹੈਗੀ, ਜਿੱਥੇ ਆਪਾਂ ਕੁਝ ਨਵਾਂ ਦੇ ਪਾ ਰਹੇ ਹੈਗੇ, ਜਿਹੜਾ ਕਿ ਅੱਜ ਦੇ ਜਿਹੜਾ ਯੁੱਗ ਹੈਗਾ ਉਹਨੂੰ ਕੋਪ ਅਪ ਕਰ ਪਾ ਰਿਹਾ ਹੈਗਾ। ਉਹਨਾਂ ਵਾਸਤੇ ਤੇ ਬਿਜ਼ਨਸ ਵੱਧ ਰਿਹਾ ਹੈਗਾ, ਉਹਨਾਂ ਵਾਸਤੇ ਜੌਬ ਵੱਧ ਰਹੇ ਹੈਗੇ ਨੇ। ਇਸ ਕਰਕੇ ਇਹ ਨਹੀਂ ਹੈ ਕਿ ਜੌਬ ਘਟ ਰਹੇ ਹੈਗੇ ਨੇ, ਡਿਪੈਂਡ ਕਰਦਾ ਹੈਗਾ ਆ ਕਿ ਸਾਡੇ ਕੋਲ ਕੀ ਉਹ ਸਕਿੱਲਸ ਹੈਗੀਆਂ ਨੇ। ਇਹ ਤਾਂ ਨਹੀਂ ਕਿ ਆਪਾਂ ਪੁਰਾਣਾ ਸਕਿੱਲ ਸੈਟ ਲੈ ਕੇ ਬੈਠੇ ਹੋਏ ਆ ਤੇ ਅਸੀਂ ਸੋਚ ਰਹੇ ਹਾਂ ਕਿ ਸਾਨੂੰ ਤਾਂ ਜੌਬ ਨਹੀਂ ਮਿਲ ਰਿਹਾ ਹੈਗਾ। ਇਸ ਚੀਜ਼ ਨੂੰ ਵੀ ਆਪਾਂ ਧਿਆਨ ਰੱਖਣਾ ਕਿ ਜੌਬ ਘਟ ਨਹੀਂ ਰਹੇਗੇ,
ਮਗਰ ਅਸੀਂ ਉਹਦੇ ਵਾਸਤੇ ਤਿਆਰ ਹੋਣਾ ਕਿ ਅਸੀਂ ਵੇਖਣਾ ਆ ਕਿ ਉਹ ਕਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਅੱਜ ਦੇ ਯੁੱਗ ਦੀ ਡਿਮਾਂਡ ਹੈਗੀ। ਅਗਰ ਉਹ ਆਪਾਂ ਕੰਮ 'ਚ ਕਾਮਯਾਬ ਹੋ ਗਏ ਤੇ ਫਿਰ ਤੇ ਜੌਬ ਕਿਤੇ ਨਹੀਂ ਗਿਆ ਹੈਗਾ, ਫਿਰ ਤਾਂ ਸਾਨੂੰ ਬਹੁਤ ਸਾਰੇ ਜੌਬਸ ਵੀ ਮਿਲ ਸਕਦੇ ਨੇ, ਅਸੀਂ ਬਹੁਤ ਸਾਰਾ ਆਪਣਾ ਬਿਜ਼ਨਸ ਵੀ ਚਲਾ ਸਕਦੇ ਹੈਗੇ ਹਾਂ। ਕਸਟਮਰ ਸੈਟਿਸਫੈਕਸ਼ਨ। ਅੱਛਾ, ਇੱਕ ਚੀਜ਼ ਹੋਰ ਬਹੁਤ ਵਧੀਆ ਹੋ ਰਹੀ ਹੈ ਈ-ਕਮਰਸ ਵਿੱਚ। ਈ-ਕਮਰਸ ਪ੍ਰੋਵਾਈਡ ਏ ਕਨਵੀਨੀਐਂਟ ਐਂਡ ਸੀਮਲੈਸ ਸ਼ਾਪਿੰਗ ਐਕਸਪੀਰੀਅੰਸ ਰਿਜ਼ਲਟਿੰਗ ਹਾਇਰ ਕਸਟਮਰ ਸੈਟਿਸਫੈਕਸ਼ਨ। ਬੱਚੇ ਜਦੋਂ ਅਸੀਂ ਇੱਕ ਸ਼ਾਪ ਤੇ ਜਾਂਦੇ ਹਾਂ ਨਾ, ਕਈ ਵਾਰ ਅਸੀਂ ਮਜਬੂਰ ਜੀ ਹੋ ਜਾਂਦੇ ਹਾਂ ਕਿ ਜਿਹੜੇ ਸਾਹਮਣੇ ਪ੍ਰੋਡਕਟ ਹੈਗੇ ਆ ਸਿਰਫ ਇਹ 'ਚੋਂ ਹੀ ਆਪਾਂ ਖਰੀਦਣੇ ਹੈਗੇ, ਤੇ ਇਹ ਤੋਂ ਜ਼ਿਆਦਾ ਕੁਝ ਨਹੀਂ ਹੈਗਾ। ਮਗਰ ਜਦੋਂ ਆਪਾਂ ਆਨਲਾਈਨ ਵੇਖਦੇ ਹਾਂ ਤੇ ਮੈਂ ਵੇਖਿਆ ਕਿ ਕਈ ਵਾਰ ਜਿਹੜਾ ਕਸਟਮਰ ਹੈ ਨਾ, ਉਹ ਕਾਰਟ ਵਿੱਚ ਕੋਈ ਪ੍ਰੋਡਕਟ ਪਾ ਦਿੰਦਾ, ਹਫ਼ਤੇ ਮਹੀਨਿਆਂ ਤੱਕ ਉਹਨੂੰ ਰੱਖਦਾ ਹੈਗਾ, ਫਿਰ ਚੇਂਜ ਕਰ ਲੈਂਦਾ, ਫਿਰ ਦੁਬਾਰਾ ਪਾ ਲੈਂਦਾ ਹੈਗਾ। ਜਦੋਂ ਉਹਨੂੰ ਸੈਟਿਸਫੈਕਸ਼ਨ ਹੋ ਜਾਂਦੀ ਹੈ ਕਿ ਇਹੋ ਪ੍ਰੋਡਕਟ ਹੈ ਜਿਹੜਾ ਉਹਨੇ ਲੈਣਾ ਸੀ, ਉਹਨੇ ਹਰ ਜਗ੍ਹਾ ਟਰਾਈ ਕਰ ਲਿਆ, ਇਹੋ ਫਾਈਨਲ ਪ੍ਰੋਡਕਟ ਹੈ, ਉਹ ਖਰੀਦ ਲੈਂਦਾ। ਉਦੋਂ ਉਹਨੂੰ ਇੱਕ ਬਹੁਤ ਸੈਟਿਸਫੈਕਸ਼ਨ ਆਉਂਦੀ ਹੈਗੀ, ਜਿਹੜੀ ਕਿ ਸੈਟਿਸਫੈਕਸ਼ਨ ਉਹਨੂੰ ਨਾਰਮਲ ਵੇ ਨਾਲ ਨਹੀਂ ਆ ਰਹੀ ਸੀ। ਤੇ ਈ-ਕਮਰਸ ਵਿੱਚ ਮਦਦ ਕਰ ਰਿਹਾ। ਤੇ ਅਸੀਂ ਇਸ ਚੀਜ਼ ਨੂੰ ਸਮਝੀਏ ਕਿ ਅਗਰ ਮੈਂ ਇੱਕ ਸ਼ਾਪ ਚਲਾ ਰਿਹਾ, ਮੈਂ ਇੱਕ ਬਿਜ਼ਨਸ ਚਲਾ ਰਿਹਾ, ਤੇ ਕੀ ਮੈਂ ਉਹਨੂੰ ਆਨਲਾਈਨ ਨਹੀਂ ਖੜ ਸਕਦਾ? ਮੈਂ ਆਪਣੇ ਪ੍ਰੋਡਕਟ ਨੂੰ ਆਨਲਾਈਨ ਨਹੀਂ ਦੇ ਸਕਦਾ? ਇਸ ਕਰਕੇ ਇਹਦੀ ਇੰਪੋਰਟੈਂਸ ਨੂੰ ਸਮਝੀਏ ਤੇ ਮੰਨ ਕੇ ਚੱਲੀਏ ਕਿ ਇਹ ਤੋਂ ਜਿਹੜੇ ਬੈਨੀਫਿਟ ਹੋ ਰਹੇ ਆ ਉਹ ਮੈਂ ਉਠਾਉਣੇ ਨੇ, ਨਾ ਕਿ ਮੈਂ ਉਸੇ ਵਿਰੋਧ ਪੈ ਜਾਣਾ ਹੈਗਾ। ਅੱਛਾ, ਕੰਪੀਟੀਸ਼ਨ ਵਿੱਚ ਵਧਿਆ ਹੈ, ਇਸ ਚੀਜ਼ ਨੂੰ ਆਪਾਂ ਸਮਝਣਾ ਹੈਗਾ। ਈ-ਕਮਰਸ ਹੈਜ਼ ਲੈਵਲ ਦਾ ਪਲੇਇੰਗ ਫੀਲਡ ਅਲੋਂਗ ਸਮਾਲ ਬਿਜ਼ਨਸ ਟੂ ਕੰਪੇਅਰ ਦਾ ਲਾਰਜਰ ਵਨ। ਇੱਕ ਬੰਨੇ ਆਪਾਂ ਇਹ ਸੋਚਦੇ ਹਾਂ ਕਿ ਇਹ 'ਚ ਵੱਡੀਆਂ ਕੰਪਨੀਆਂ ਆ ਗਈਆਂ, ਪਰ ਅਸੀਂ ਇਸ ਕਿਉਂ ਨਹੀਂ ਸਮਝਣ ਨੂੰ ਤਿਆਰ ਕਿ ਹਰ ਛੋਟੇ ਵਿਅਕਤੀ ਨੂੰ ਵੀ ਮੌਕਾ ਅਵੇਲੇਬਲ ਹੈ। ਅਗਰ ਅਸੀਂ ਚਾਹੀਏ ਤੇ ਅਸੀਂ ਕਿਤੇ ਵੀ, ਅੱਜ ਕਿੰਨਾ ਆਸਾਨ ਆ, ਕੋਈ ਵੀ ਵਿਅਕਤੀ ਆਪਣੀ ਵੈਬਸਾਈਟ ਖੋਲ ਲਵੇ, ਆਪਣੀ ਈ-ਮਾਰਕੀਟਿੰਗ ਕਰ ਲਵੇ। ਅਗਰ ਉਹਦਾ ਪ੍ਰੋਡਕਟ 'ਚ ਦਮ ਹੈਗਾ ਹੈ, ਅਗਰ ਉਹ ਪ੍ਰੋਡਕਟ ਬਹੁਤ ਵਧੀਆ ਹੈ, ਉਹਦੀ ਸਰਵਿਸਿਜ਼ ਵਧੀਆ ਹੈ, ਤੇ ਕੀ ਉਹ ਨਹੀਂ ਵਿਕੇਗੀ? ਹੁਣ ਤਾਂ ਮੌਕਾ ਹੈ ਸਗੋਂ। ਇਸ ਮੌਕੇ ਨੂੰ ਆਪਾਂ ਸਮਝੀਏ, ਇਸ ਇੰਪੋਰਟੈਂਸ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਇਨ ਇਕਨੋਮਿਕ ਗਰੋਥ ਹੋ ਰਹੀ ਆ, ਕਸਟਮਰ ਸੈਟਿਸਫੈਕਸ਼ਨ ਹੋ ਰਹੀ ਆ, ਤੇ ਕੰਪੀਟੀਸ਼ਨ ਜਿਹੜਾ ਵਧਿਆ ਹੈ, ਜੇ ਸਾਰਿਆਂ ਨੂੰ ਮੌਕੇ ਦਿੱਤੇ ਜਾ ਰਹੇ ਨੇ, ਉਸ ਮੌਕੇ ਨੂੰ ਅਸੀਂ ਉਠਾਉਣਾ ਹੈਗਾ ਆ ਤਾਂ ਕਿ ਅਸੀਂ ਵੀ ਉਸ ਦਾ ਲਾਹਾ ਲੈ ਸਕੀਏ। ਤੇ ਈ-ਕਮਰਸ ਦੇ ਇਹ ਜਿਹੜੇ ਬੈਨੀਫਿਟ ਹੈਗੇ, ਜਦੋਂ ਵੀ ਮੈਂ ਚੈਪਟਰ ਪੜਾਉਣਾ ਨਾ ਪਿਆਰੇ ਬੱਚਿਓ, ਮੈਂ ਹਰਦਮ ਕੋਸ਼ਿਸ਼ ਕਰਦਾ ਹੁੰਦਾ ਕਿ ਪਹਿਲਾਂ ਮੈਂ ਉਹਨੂੰ ਡਿਫਾਈਨ ਕਰ ਦਵਾਂ, ਉਹਦੇ ਬਾਰੇ ਵਿਆਖਿਆ ਕਰ ਦਵਾਂ, ਉਹਦੇ ਕੁਝ ਐਗਜ਼ਾਮਪਲਸ ਆਪਾਂ ਲੈ ਲਈਏ, ਫਿਰ ਉਹਦੇ ਕੁਝ ਬੈਨੀਫਿਟ ਸਮਝ ਲਈਏ, ਹੋ ਸਕੇ ਤੇ ਉਹਦੇ ਕੁਝ ਨੈਗੇਟਿਵ ਐਸਪੈਕਟ ਵੀ ਸਮਝ ਲਈਏ, ਤੇ ਮੈਨੂੰ ਲੱਗਦਾ ਹੈ ਕਿ ਉਹ ਚੈਪਟਰ ਪੂਰੀ ਤਰ੍ਹਾਂ ਕੰਪਲੀਟ ਹੋ ਜਾਂਦਾ। ਇਸ ਮੈਥਡ ਦੇ ਨਾਲ ਹੀ ਕੋਸ਼ਿਸ਼ ਕਰਿਆ ਕਰੋ ਹਰ ਚੈਪਟਰ ਨੂੰ ਵੇਖਣ ਦੀ। ਅਗਰ ਅਸੀਂ ਇਹਨੂੰ ਸਮਝ ਲਵਾਂਗੇ ਇਸ ਤਰ੍ਹਾਂ, ਤੇ ਫਿਰ ਸਾਡੇ ਲਈ ਬੜਾ ਆਸਾਨ ਹੋ ਜਾਂਦਾ ਉਸ ਪੂਰੇ ਚੈਪਟਰ ਨੂੰ ਰਿਵਾਈਜ਼ ਕਰਨਾ, ਸਮਝਣਾ, ਤੇ ਕਿਤੇ ਸਾਨੂੰ ਮੌਕਾ ਮਿਲੇ ਤੇ ਕਿਸੇ ਨੂੰ ਸਮਝਾਉਣਾ। ਕੁਝ ਬੱਚੇ ਨੂੰ ਰਟਣ ਦੀ ਕੋਸ਼ਿਸ਼ ਜਦੋਂ ਕਰਦੇ ਆ ਤਾਂ ਫੇਲ ਹੋ ਜਾਂਦੇ ਹੈਗੇ ਨੇ, ਕਿਉਂਕਿ ਇਹ ਚੀਜ਼ਾਂ ਬੱਚੇ ਹਰ ਰੋਜ਼ ਬਦਲ ਰਹੀਆਂ ਹੈਗੀਆਂ ਨੇ। ਜਿਹੜੇ ਅਸੀਂ ਹੁਣ ਸਬਜੈਕਟ ਪੜ੍ਹ ਰਹੇ ਹਾਂ ਨਾ, ਇਹ ਬਹੁਤ ਐਡਵਾਂਸ ਲੈਵਲ ਵਾਲੇ ਸਬਜੈਕਟ ਹੈਗੇ ਨੇ, ਇਹਦੇ 'ਚ ਹਰ ਰੋਜ਼ ਕੁਝ ਨਵੀਆਂ ਚੀਜ਼ਾਂ ਆ ਰਹੀਆਂ ਹੈਗੀਆਂ। ਅਗਰ ਅਸੀਂ ਚਾਹਾਂਗੇ ਕਿ ਇਹਨੂੰ ਰੱਟ ਕੇ ਤੇ ਨਹੀਂ ਕਦੀ ਵੀ ਕਰ ਪਾਵਾਂਗੇ। ਇਹਦਾ ਤਰੀਕਾ ਕੀ ਹੋ ਸਕਦਾ? ਇਹਦਾ ਤਰੀਕਾ ਹੋ ਸਕਦਾ ਕਿ ਇਹਨੂੰ ਸਮਝੀਏ। ਹੁਣ ਸਾਨੂੰ ਇੰਪੋਰਟੈਂਸ ਸਮਝ ਆ ਗਈ ਕਿ ਇਹਦੇ ਵਿੱਚ ਕਿਹੜੀ ਕਿਹੜੀ ਇੰਪੋਰਟੈਂਸ ਹੈਗੀ ਆ, ਤੇ ਹੁਣ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਕਿ ਜਿਹੜੇ ਬੈਨੀਫਿਟ ਹੈਗੇ ਨੇ ਉਹ ਹੁਣ ਕਿਹੜੇ ਕਿਹੜੇ ਨੇ। ਰਿਪੀਟ ਕਰੋ ਮੇਰੇ ਪਿੱਛੇ। ਸਹੂਲਤ ਹੋ ਰਹੀ ਹੈ, ਕਨਵੀਨਸ ਹੈਗੀ ਆ ਕਿ ਬਈ ਆਪਾਂ ਕਿਤੇ ਵੀ ਬੈਠੇ ਹੋਏ ਹਾਂ, ਰਾਤ ਦਾ ਟਾਈਮ ਹੈ, ਦਿਨ ਦਾ ਟਾਈਮ ਹੈ, ਸਵੇਰੇ ਮੈਂ ਉੱਠਿਆ ਹੈਗਾ, ਕਦੋਂ ਵੀ ਤੁਸੀਂ ਚਾਹੋ ਸਹੂਲਤ ਹੈਗੀ ਏ। 24x7 into 365 ਵੀ ਕਰ ਲਓ, 365 ਦਿਨ ਸਾਡੀ ਸ਼ਾਪ ਖੁੱਲੀ ਹੋਈ ਆ। ਵੇਚਣ ਵਾਲੇ ਦੀ ਵੀ, ਖਰੀਦਣ ਵਾਲੇ ਨੂੰ ਵੀ ਸਹੂਲਤ ਹੈਗੀ ਆ, ਦੋਵਾਂ ਵਾਸਤੇ ਸਹੂਲਤ ਹੈਗੀ ਆ ਕਿ 24 ਆਵਰ ਦਿਨ ਦੇ ਉਹ ਸ਼ਾਪ ਚੱਲ ਰਹੀ ਹੈਗੀ ਆ। ਅਸੀਂ ਕਸਟਮਰ ਜਦੋਂ ਸਾਨੂੰ ਟਾਈਮ ਲੱਗੇ, ਕਈ ਵਾਰ ਕੀ ਹੈ, ਮੰਨ ਲਓ ਮੈਂ ਆਫਿਸ ਵਿੱਚ ਹੈਗਾ, ਮੇਰਾ ਆਪਣਾ ਬਿਜ਼ਨਸ ਹੈਗਾ, ਤੇ ਕੀ ਮੇਰੇ ਕੋਲ ਟਾਈਮ ਹੈਗਾ ਹੈ ਕਿ ਮੈਂ ਜਾ ਕੇ ਕਿਤੇ ਖਰੀਦਾਂ ਸਮਾਨ? ਤੇ ਜੇ ਮੈਂ ਉੱਥੇ ਬੈਠਾ ਬੈਠਾ ਹੀ ਖਰੀਦ ਲਵਾਂ, ਤੇ ਆਪਣੇ ਟਾਈਮ ਮੈਂ ਕਦੀ ਵੀ ਖਰੀਦ ਲਵਾਂ, ਰਾਤ ਦੇ 1 ਵਜੇ ਖਰੀਦ ਲਵਾਂ, ਤੇ ਕਿੰਨਾ ਆਸਾਨ ਹੋ ਗਿਆ ਨਾ। ਇਹ ਸਹੂਲਤ ਹੈ। ਇਸ ਚੀਜ਼ ਨੂੰ ਇੰਪੋਰਟੈਂਸ ਸਮਝੀਏ ਕਿ ਇਹਨਾਂ ਦੇ ਬੈਨੀਫਿਟ ਕੀ ਕੀ ਨੇ। ਅਗਰ ਅਸੀਂ ਸਮਝ ਲਵਾਂਗੇ ਤੇ ਇਸ ਚੈਪਟਰ ਦਾ ਜਿਸ ਸਾਨੂੰ ਸਮਝ ਆ ਜਾਏਗਾ। ਵਾਈਡ ਸਿਲੈਕਸ਼ਨ, ਬੱਚੇ ਬਹੁਤ ਵਿਆਪਕ ਚੋਣ ਹੋ ਗਈ ਹੈ। ਹੁਣ ਬੜਾ ਆਸਾਨ ਹੋ ਗਿਆ ਆ ਕਿ ਅਸੀਂ ਬਹੁਤ ਵੱਡੀ ਕੈਟਾਗਰੀ ਚੋਂ ਆਪਣਾ ਸਮਾਨ ਚੁੱਕ ਲਈਏ। ਅਸੀਂ ਵੇਖੀਏ ਕਿ ਸਾਨੂੰ ਕੀ ਪਸੰਦ ਆ ਰਿਹਾ, ਸਾਡੇ ਮੁਤਾਬਿਕ ਕੀ ਹੈਗਾ, ਸਾਨੂੰ ਐਕਚੁਅਲੀ ਕਿਸ ਚੀਜ਼ ਦੀ ਲੋੜ ਹੈਗੀ ਸੀ। ਪਹਿਲਾਂ ਅਸੀਂ ਬਹੁਤ ਸਮਝੌਤੇ ਕਰਦੇ ਸੀ ਕਿ ਸਾਡੇ ਸਾਹਮਣੇ ਜੋ ਦੁਕਾਨ ਖੁੱਲੀ ਆ, ਉਹਦੇ ਜੋ ਚੀਜ਼ ਅਵੇਲੇਬਲ ਹੈ ਮੈਂ ਸਿਰਫ ਉਹ ਲੈ ਸਕਦਾ, ਜੋ ਮੈਨੂੰ ਪਸੰਦ ਹੈ। ਕਈ ਵਾਰ ਉਹ ਚੀਜ਼ ਨਹੀਂ ਬਣਦੀ, ਉਨੀ ਉਹ ਕਸਟਮਾਈਜ਼ ਵੇ ਨਾਲ ਮੈਨੂੰ ਨਹੀਂ ਮਿਲ ਪਾਉਂਦੀ ਸੀ। ਜਦਕਿ ਹੁਣ ਬੜਾ ਆਸਾਨ ਹੋ ਗਿਆ। ਸਿਲੈਕਸ਼ਨ ਕਿਸ ਤਰ੍ਹਾਂ ਦੀ ਹੋ ਗਈ? ਵਾਈਡ ਹੋ ਗਈ। ਬਹੁਤ ਵੱਡੀ ਰੇਂਜ ਚੋਂ ਮੈਂ ਆਸਾਨੀ ਦੇ ਨਾਲ ਆਪਣਾ ਪ੍ਰੋਡਕਟ ਲੈ ਪਾ ਰਿਹਾ ਹੈਗਾ। ਅੱਛਾ, ਕੰਪੀਟੀਟਿਵ ਪ੍ਰਾਈਸ ਹੋ ਰਹੇ।
ਪਹਿਲਾਂ ਮੈਂ ਜੋ ਸ਼ਾਪ ਤੋਂ ਇੱਕ ਸਮਾਨ ਸਿੱਧਾ ਲੈ ਆਵਾਂ ਤੇ ਹੋ ਸਕਦਾ ਹੈ ਕਿ ਉਸ ਸ਼ਾਪਕੀਪਰ ਨੇ ਜੋ ਮੈਨੂੰ ਦੇ ਦਿੱਤਾ ਮੈਂ ਉੱਥੋਂ ਤੱਕ ਲਿਮਿਟ ਕਰ ਜਾਂਦਾ ਕਿਉਂਕਿ ਮੈਨੂੰ ਨਹੀਂ ਪਤਾ, ਮੈਂ ਜ਼ਿਆਦਾ ਸ਼ਾਪਸ ਤੱਕ ਨਹੀਂ ਗਿਆ। ਮਗਰ ਆਨਲਾਈਨ ਨੇ ਕਿੰਨਾ ਆਸਾਨ ਕਰਤਾ, ਤੁਸੀਂ ਆਸਾਨੀ ਨਾਲ ਬਹੁਤ ਸਾਰੀ ਵੈਬਸਾਈਟ ਚੈੱਕ ਕਰ ਸਕਦੇ ਜੀ। ਤਾਂ ਹੀ ਮੈਂ ਕਿਹਾ ਨਾ, ਲੋਕੀ ਕਾਰਟ ਵਿੱਚ ਪ੍ਰੋਡਕਟ ਐਡ ਕਰ ਲੈਂਦੇ ਨੇ, ਫਿਰ ਉਹ ਆਸਾਨੀ ਨਾਲ ਵੇਚਦੇ ਨੇ, ਕੰਪੇਅਰ ਕਰਦੇ ਨੇ ਦੂਸਰੀ ਵੈਬਸਾਈਟਸ ਦੇ ਨਾਲ, ਤੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਭ ਤੋਂ ਕੰਪੀਟੀਟਿਵ ਪ੍ਰਾਈਸ ਉਹਨਾਂ ਨੂੰ ਮਿਲ ਰਿਹਾ, ਉਹ ਖਰੀਦ ਲੈਂਦੇ ਹੈਗੇ ਨੇ। ਇਸ ਕਰਕੇ ਕੀਮਤਾਂ ਬਹੁਤ ਪ੍ਰਤੀਯੋਗੀ ਹੋ ਗਈਆਂ ਨੇ ਤੇ ਚੰਗੀ ਗੱਲ ਹੈਗੀ ਹੈ ਕਸਟਮਰ ਵਾਸਤੇ ਵੀ। ਅੱਛਾ, ਰਿਵਿਊਅਰ ਰੇਟਿੰਗ ਪਹਿਲਾਂ ਕੋਈ ਤਰੀਕਾ ਨਹੀਂ ਸੀ ਕਿ ਅਗਰ ਮੈਨੂੰ ਪ੍ਰੋਡਕਟ ਪਸੰਦ ਨਹੀਂ ਆਇਆ ਤਾਂ ਮੈਂ ਉਹਨੂੰ ਕਿਤੇ ਕ੍ਰਿਟਿਸਾਈਜ਼ ਕਰ ਸਕਾਂ, ਜਾਂ ਮੈਨੂੰ ਬਹੁਤ ਪਸੰਦ ਆਇਆ ਤਾਂ ਮੈਂ ਕਿਸੇ ਨੂੰ ਦੱਸ ਸਕਾਂ ਤਾਂ ਕਿ ਦੂਸਰੇ ਲੋਕ ਵੀ ਇਤਨਾ ਲਾਹਾ ਲੈ ਸਕਣ। ਹੁਣ ਰਿਵਿਊ ਤੇ ਰੇਟਿੰਗ ਚੱਲਦੀ, ਜਿਹੜਾ ਪ੍ਰੋਡਕਟ ਤੁਸੀਂ ਖਰੀਦ ਰਹੇ ਜੇ ਤੁਸੀਂ ਉਹਨੂੰ ਰੇਟ ਕਰ ਸਕਦੇ ਜੀ, ਤਾਂ ਕਿ ਦੂਸਰੇ ਨੂੰ ਪਤਾ ਲੱਗ ਜਾਵੇ ਕਿ ਉਹ ਪ੍ਰੋਡਕਟ ਕਿੰਨਾ ਵਧੀਆ ਤੇ ਬੜਾ ਆਸਾਨ ਹੋ ਜਾਂਦਾ। ਅਗਰ ਕੋਈ ਪ੍ਰੋਡਕਟ ਅਸੀਂ ਲੈਣ ਲੱਗੇ ਆ, ਜਿਹੜੇ ਸਿਆਣੇ ਸਾਡੇ ਕਸਟਮਰ ਨੇ ਉਹ ਕੀ ਕਰਦੇ ਨੇ, ਉਹ ਰਿਵਿਊ ਵੀ ਚੈੱਕ ਕਰਦੇ ਨੇ ਕਿ ਕਿਹੜਾ ਰਿਵਿਊ ਬਹੁਤ ਵਧੀਆ ਚੱਲ ਰਿਹਾ ਹੈਗਾ ਆ ਤੇ ਮੈਂ ਇਹ ਚੈੱਕ ਕਰਾਂ ਤਾਂ ਫਿਰ ਮੈਂ ਉਹ ਲੈ ਲਵਾਂ। ਅੱਛਾ, ਹੁਣ ਬੜਾ ਵਿਅਕਤੀਗਤ ਲੈਵਲ ਤੇ ਆਪਾਂ ਨਾ ਆ ਚੁੱਕੇ ਹਾਂ, ਉਹ ਹਰ ਵਿਅਕਤੀ ਦੇ ਮੁਤਾਬਿਕ ਪਰਸਨਲਾਈਜ਼ਡ ਵੇ ਨਾਲ ਅਸੀਂ ਪ੍ਰੋਡਕਟ ਤਿਆਰ ਕਰ ਪਾ ਰਹੇ ਹੈਗੇ ਆ। ਮੈਂ ਦੱਸਿਆ ਨਾ ਕਿ ਜਦੋਂ ਤੁਸੀਂ ਵੈਬਸਾਈਟ ਤੇ ਕੋਈ ਪ੍ਰੋਡਕਟ ਖਰੀਦਦੇ ਰਹਿੰਦੇ ਜੇ, ਵੈਬਸਾਈਟ ਉਸ ਡੇਟਾ ਨੂੰ ਐਨਾਲਿਟਿਕਲੀ ਕਰ ਲੈਂਦੀ ਹੈ ਇਨਵੋਲਵ ਕਿ ਕੀ ਇਹ ਕਸਟਮਰ ਸਾਡਾ ਚਾਹੁੰਦਾ ਹੈ, ਉਹਨੂੰ ਪਰਸਨਲ ਵੇ ਨਾਲ ਫਿਰ ਉਹ ਡੀਲ ਕਰ ਪਾਉਂਦੇ ਹੈਗੇ ਨੇ ਕਿ ਇਸ ਵਿਅਕਤੀ ਨੂੰ ਇਸ ਤਰ੍ਹਾਂ ਦਾ ਜਿਹੜਾ ਪ੍ਰੋਡਕਟ ਹੈਗਾ ਆ, ਇਸ ਤਰ੍ਹਾਂ ਦੀ ਜਿਹੜੀ ਸਰਵਿਸ ਹੈਗੀ ਆ ਉਹ ਇਹਦੇ ਮਨ ਪਾਉਂਦੀ ਹੈਗੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਉਹ ਸਰਵਿਸ ਦੇ ਪਾਉਂਦੇ। ਪੁਰਾਣੇ ਦੁਕਾਨਦਾਰ ਇਸ ਤਰ੍ਹਾਂ ਦੇ ਹੁੰਦੇ ਸੀ, ਉਹ ਪਛਾਣਦੇ ਹੁੰਦੇ ਸੀ, ਜਦੋਂ ਕਸਟਮਰ ਆਉਂਦਾ ਸੀ ਉਹ ਕਹਿੰਦੇ ਸੀ ਹਾਂ ਤਾਂ ਸਾਨੂੰ ਪਤਾ ਹੈ ਤੁਹਾਡੇ ਬਾਰੇ, ਤਾਂ ਆਹ ਪ੍ਰੋਡਕਟ ਤੁਹਾਨੂੰ ਪਸੰਦ ਆਏਗਾ, ਵੇਖੋ ਨਵਾਂ ਪ੍ਰੋਡਕਟ ਆਇਆ। ਕਿਉਂਕਿ ਉਹ ਪਰਸਨਲਾਈਜ਼ ਵੇ ਨਾਲ ਕਰ ਪਾਉਂਦੇ ਸੀ। ਹੁਣ ਇਹ ਤੇ ਵੀ ਸੰਭਵ ਹੋ ਰਿਹਾ ਤੇ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ। ਅੱਛਾ, ਡਿਲੀਵਰੀ ਬਹੁਤ ਫਾਸਟ ਹੋ ਗਈ। ਅੱਜ ਕੱਲ ਤੁਸੀਂ ਆਰਡਰ ਕਰੋ, ਇੱਕ ਦਿਨ 'ਚ ਪ੍ਰੋਡਕਟ ਤੁਹਾਡੇ ਘਰ 'ਚ ਪਹੁੰਚ ਰਿਹਾ ਹੈਗਾ ਈ-ਕਮਰਸ ਨੇ, ਕਿਉਂਕਿ ਬਹੁਤ ਆਸਾਨੀ ਹੈ, ਕਲਿੱਕ ਹੋਇਆ। ਹੁਣ ਤੁਸੀਂ ਖਾਣਾ ਆਰਡਰ ਜਿਹੜਾ ਕਰਦੇ ਜੇ ਉਹ ਤਾਂ ਤੁਸੀਂ ਵੇਖਦੇ ਹੀ ਜੇ ਕਿ 15 ਤੋਂ 20 ਮਿੰਟ ਤੱਕ, ਅੱਧੇ ਘੰਟੇ ਤੱਕ ਆਰਾਮ ਨਾਲ ਪਹੁੰਚ ਜਾਂਦਾ। ਜਿਹੜਾ ਪ੍ਰੋਡਕਟ ਐਂਡ ਸਰਵਿਸ ਹੈ ਉਹ ਵੀ ਤੁਹਾਡੇ ਲਈ ਬਹੁਤ ਆਸਾਨ ਹੈ, 1 ਜਾਂ 2 ਦਿਨਾਂ ਤੱਕ ਪਹੁੰਚ ਰਿਹਾ ਹੈਗਾ। ਤੇ ਇਸ ਚੀਜ਼ ਦੀ ਵੀ ਸਪੀਡ ਬਹੁਤ ਵੱਧ ਗਈ ਹੈਗੀ ਆ, ਕਿਉਂਕਿ ਸ਼ੁਰੂ 'ਚ ਮੁਸ਼ਕਿਲ ਆਈ ਸੀ, ਸਾਨੂੰ ਲੱਗਾ ਸੀ ਕਿ ਅਗਰ ਅਸੀਂ ਆਰਡਰ ਕਰ ਰਹੇ ਹਾਂ ਤਾਂ ਕਦੋਂ ਤੱਕ ਸਾਨੂੰ ਪ੍ਰੋਡਕਟ ਮਿਲੇਗਾ। ਇਹਦੇ ਵਿੱਚ ਇਹ ਬੈਨੀਫਿਟ ਵੀ ਹੁਣ ਆ ਗਿਆ, ਜਿਹੜੀ ਪਹਿਲਾਂ ਮੁਸ਼ਕਿਲ ਸੀ ਇਹ ਹੁਣ ਸਹੂਲਤ ਦੇ ਰੂਪ 'ਚ ਆ ਗਈ ਹੈਗੀ ਆ ਕਿ ਕਸਟਮਰ ਕੋ ਆਸਾਨੀ ਹੈ, ਉਹ ਬੜੀ ਆਸਾਨੀ ਦੇ ਨਾਲ ਉਹ ਪ੍ਰੋਡਕਟ ਉਹਦੇ ਕੋਲ ਅਵੇਲੇਬਲ ਹੋ ਸਕਦਾ ਹੈ। ਅੱਛਾ, ਹੁਣ ਬਹੁਤ ਸਾਰੇ ਐਡਵਾਂਟੇਜ ਬਾਰ-ਬਾਰ ਬੈਨੀਫਿਟ ਦੇ ਰੂਪ 'ਚ, ਇੰਪੋਰਟੈਂਸ ਦੇ ਰੂਪ 'ਚ ਆਪਾਂ ਹੁਣ ਡਿਸਕਸ ਕਰ ਚੁੱਕੇ ਹਾਂ। ਸਾਰੇ ਪੁਆਇੰਟ ਇੱਕੋ ਨੇ ਬੱਚੇ, ਅਗਰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਬਸ ਆਪਾਂ ਉਹਨੂੰ ਵੰਡ ਕੀਤੀ ਹੋਈ ਆ। ਇਹ ਸਾਰੇ ਬੈਨੀਫਿਟ ਹੀ ਨੇ, ਸਾਰੇ ਐਡਵਾਂਟੇਜ ਹੀ ਨੇ, ਇਹ ਸਾਰੀ ਇੰਪੋਰਟੈਂਸ ਹੀ ਹੈ। ਇਨਕਰੀਜ਼ ਰੀਚ ਹੋਈ ਹੈ, ਬਹੁਤ ਦੂਰ ਦੂਰ ਤੱਕ ਪਹੁੰਚ ਹੋ ਚੁੱਕੀ ਹੈਗੀ। ਮੈਂ ਐਗਜ਼ਾਮਪਲ ਲਿਆ ਸੀ ਨਾ, ਮੈਂ ਅੰਮ੍ਰਿਤਸਰ ਬੈਠਾ, ਮੈਂ ਕੈਨੇਡਾ ਵਿੱਚ ਆਪਣਾ ਪ੍ਰੋਡਕਟ ਵੇਚ ਸਕਦਾ ਹੈਗਾ। ਕਿਉਂਕਿ ਹੁਣ ਉਹ ਆਨਲਾਈਨ ਅਵੇਲੇਬਲ ਹੋ ਜਾਏਗਾ। 24/7/365 ਕਰਨਾ ਹੁੰਦਾ ਮੈਂ ਕਿ ਸਾਰਾ ਸਾਲ 24 ਘੰਟੇ 7 ਦਿਨ ਹਰ ਦਮ ਅਵੇਲੇਬਲ ਹੈ, ਜਦੋਂ ਚਾਹੋ ਉਦੋਂ ਅਵੇਲੇਬਲ ਹੈ। ਕੋਸਟ ਉਹਦੀ ਘਟ ਗਈ ਹੈਗੀ ਹੈ, ਐਫੀਸ਼ੀਐਂਸੀ ਵੱਧ ਗਈ ਹੈਗੀ ਹੈ, ਸੇਲਸ ਵੱਧ ਗਈ ਹੈਗੀਆਂ ਨੇ। ਕਿਉਂ? ਪਹਿਲਾਂ ਆਪਾਂ ਲਿਮਿਟਡ ਜਗ੍ਹਾ ਤੱਕ ਸੀ ਨਾ, ਹੁਣ ਤੇ ਸਾਰਾ ਦੇਸ਼, ਸਾਰੀ ਦੁਨੀਆ ਸਾਨੂੰ ਵੇਖ ਰਹੀ ਆ, ਅਸੀਂ ਕਿਤੇ ਵੀ ਆਪਣਾ ਪ੍ਰੋਡਕਟ ਵੇਚ ਸਕਦੇ ਹੈਗੇ ਆ। ਕਸਟਮਰ ਡੇਟਾ ਬਹੁਤ ਬਿਹਤਰ ਤਰੀਕੇ ਨਾਲ ਆ ਚੁੱਕਿਆ ਹੈਗਾ, ਸਾਨੂੰ ਸਮਝ ਆ ਜਾਂਦੀ ਆ ਕਿ ਇਹਨੂੰ ਪਰਸਨਲਾਈਜ਼ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਬੈਟਰ ਸਪਲਾਈ ਚੇਨ ਮੈਨੇਜਮੈਂਟ ਹੋ ਰਹੀ ਹੈਗੀ, ਕਿਉਂਕਿ ਆਨਲਾਈਨ ਨਾ, ਹੁਣ ਵੇਖੋ, ਜਦੋਂ ਤੁਸੀਂ ਵੇਖਿਆ ਹੋਗਾ ਕਿ ਕੋਈ ਸਾਨੂੰ ਪ੍ਰੋਡਕਟ ਡਿਲੀਵਰੀ ਹੋ ਰਹੀ ਆ, ਸਾਨੂੰ ਉਹਦਾ ਐਗਜ਼ੈਕਟ ਪੁਆਇੰਟ ਪਤਾ ਲੱਗ ਰਿਹਾ ਹੁੰਦਾ ਕਿ ਇਸ ਟਾਈਮ ਉਹ ਕਿੱਥੇ ਪਹੁੰਚ ਗਿਆ ਹੈਗਾ। ਮੰਨ ਲਓ ਕੋਈ ਦਿੱਲੀ ਤੋਂ ਚੀਜ਼ ਚੱਲ ਰਹੀ ਹੈਗੀ ਆ, ਅੰਮ੍ਰਿਤਸਰ ਪਹੁੰਚ ਰਹੀ ਹੈਗੀ ਆ, ਮੈਨੂੰ ਉਹ ਲਗਾਤਾਰ ਪਤਾ ਲੱਗ ਰਿਹਾ। ਹੁਣ ਗੁਰੂਗ੍ਰਾਮ ਪਹੁੰਚ ਗਈ ਆ, ਹੁਣ ਅੰਬਾਲਾ ਪਹੁੰਚ ਗਈ ਆ, ਹੁਣ ਲੁਧਿਆਣਾ ਪਹੁੰਚ ਗਈ, ਹੁਣ ਅੰਮ੍ਰਿਤਸਰ ਆ ਗਈ, ਅੰਮ੍ਰਿਤਸਰ ਤੋਂ ਚੱਲ ਕੇ ਘਰ ਵੱਲ ਨੂੰ ਤੁਰ ਪਈ ਆ। ਇਸੇ ਤਰ੍ਹਾਂ ਤੁਸੀਂ ਖਾਣਾ ਆਰਡਰ ਕਰੋਗੇ, ਤੁਹਾਨੂੰ ਪਤਾ ਲੱਗੇਗਾ ਕਿ ਖਾਣਾ ਬਣ ਰਿਹਾ ਹੈਗਾ, ਖਾਣਾ ਹੁਣ ਚੱਲ ਪਿਆ ਹੈਗਾ ਆ, ਹੁਣ ਸਾਡਾ ਡਿਲੀਵਰੀ ਬॉय ਇੱਥੋਂ ਤੱਕ ਪਹੁੰਚ ਗਿਆ, ਜਦੋਂ ਤੁਹਾਡੇ ਘਰ ਦੇ ਲਾਗੇ ਪਹੁੰਚ ਗਿਆ ਉਹ ਤੁਹਾਨੂੰ ਪਤਾ। ਸਪਲਾਈ ਚੇਨ ਬਹੁਤ ਬੈਟਰ ਹੋ ਚੁੱਕੀ ਹੈ ਈ-ਕਮਰਸ ਨਾਲ, ਬਹੁਤ ਡਿਟੇਲਿੰਗ ਪਤਾ ਚੱਲ ਰਿਹਾ ਹੈਗਾ। ਇਸ ਕਰਕੇ ਆਪਾਂ ਕਸਟਮਰ ਦਾ ਡੇਟਾ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕਰ ਪਾ ਰਹੇ ਆ, ਸੇਲ ਵਧਾ ਪਾ ਰਹੇ ਆ, ਐਫੀਸ਼ੀਐਂਸੀ ਵਧਾ ਪਾ ਰਹੇ ਆ, ਕਾਸਟ ਨੂੰ ਘਟਾ ਪਾ ਰਹੇ ਆ, ਅਵੇਲੇਬਿਲਿਟੀ ਵਧਾ ਪਾ ਰਹੇ ਆ ਤੇ ਰੀਚ ਨੂੰ ਬਹੁਤ ਦੂਰ ਦੂਰ ਤੱਕ ਪਹੁੰਚਾ ਪਾ ਰਹੇ। ਇਹ ਸਾਰੇ ਬੈਨੀਫਿਟ ਹੈਗੇ ਨੇ ਜਿਹੜੇ ਹੁਣ ਜਿੰਨੇ ਆਪਾਂ ਪੜ੍ਹੇ ਹਜੇ ਤੱਕ, ਉਹ ਸਭ ਬੈਨੀਫਿਟ, ਸਭ ਇੰਪੋਰਟੈਂਸ ਵਿੱਚ ਆ ਰਹੇ ਹੈਗੇ ਸੀ। ਪਹਿਲਾਂ ਆਪਾਂ ਡੈਫੀਨੇਸ਼ਨ ਪੜ੍ਹੀ, ਉਹਦੀ ਵਿਆਖਿਆ ਸਮਝੀ, ਉਹਦੇ ਨਾਲ ਐਗਜ਼ਾਮਪਲ ਜੋੜੇ ਤੇ ਐਡਵਾਂਟੇਜ ਪੜ੍ਹੇ, ਤੇ ਇਹ ਕਰੀਬ ਕਰੀਬ ਸਾਡਾ ਚੈਪਟਰ ਜਿਹੜਾ ਹੈਗਾ ਆ ਸਾਨੂੰ ਹੁਣ ਸਮਝਣ 'ਚ ਆ ਗਿਆ। ਅੱਛਾ, ਸੁਸਾਇਟੀ ਨੂੰ ਵੀ ਇਹਦੇ ਬਹੁਤ ਸਾਰੇ ਫਾਇਦੇ ਹੋ ਰਹੇ। ਇਨਕਰੀਜ਼ ਸਹੂਲਤ ਵੱਧ ਗਈ ਨਾ, ਗ੍ਰੇਟਰ ਐਸੈਸਿਬਿਲਿਟੀ, ਹੁਣ ਪਹੁੰਚ ਬਹੁਤ ਦੂਰ ਤੱਕ ਹੋ ਗਈ ਨਾ। ਕੰਪੀਟੀਸ਼ਨ ਵਧਿਆ, ਵੇਖੋ ਸੋਸਾਇਟੀ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੁੰਦਾ ਕਿ ਜੇ ਕੰਪੀਟੀਸ਼ਨ ਵਧਿਆ ਆ ਤੇ ਉਹ ਕਿਸੇ ਇੱਕ ਵਿਅਕਤੀ ਤੇ ਡਿਪੈਂਡ ਨਹੀਂ, ਕਿਸੇ ਮੋਨੋਪੋਲੀ ਤੇ ਡਿਪੈਂਡ ਨਹੀਂ ਕਰ ਰਹੇ।
ਹੁਣ ਉਹ ਆਸਾਨੀ ਦੇ ਨਾਲ ਉਸ ਪ੍ਰੋਡਕਟ ਨੂੰ ਅਵੇਲੇਬਲ ਕਰਾ ਪਾ ਰਹੇ ਹਰ ਜਗ੍ਹਾ ਹਰ ਕਿਸੇ ਕੋ। ਡਿਲੀਵਰੀ ਬਹੁਤ ਵਧੀਆ, ਮੈਂ ਦੱਸਿਆ ਕਿ ਹੁਣ ਤੇ ਬਹੁਤ ਵਧੀਆ ਡੇਟਾ ਆ ਜਾਂਦਾ ਕਿ ਤੁਹਾਡਾ ਪ੍ਰੋਡਕਟ ਕਿੱਥੋਂ ਤੱਕ ਪਹੁੰਚਿਆ ਹੈਗਾ। ਇੰਪਲੋਇਮੈਂਟ ਅਪਰਚੂਨਿਟੀ ਵੀ ਵਧੀਆ ਨੇ, ਪਰ ਉਹਨਾਂ ਵਾਸਤੇ ਜਿਨ੍ਹਾਂ ਨੇ ਸਕਿੱਲ ਬਣਾ ਲਿਆ ਹੈ। ਤੁਹਾਡੇ ਕੋਲ ਸਕਿੱਲਸ ਹੈਗੀਆਂ ਨੇ ਤੇ ਤੁਹਾਡੀ ਬਹੁਤ ਮੰਗ ਹੈਗੀ ਆ। ਇਕਨੋਮਿਕ ਗਰੋਥ ਨੂੰ ਤਾਂ ਮੈਂ ਦੱਸ ਰਿਹਾ ਕਿ ਵਾਧਾ ਹੋਇਆ। ਜਿਹੜਾ ਪ੍ਰੋਡਕਟ ਸਾਡਾ ਲਿਮਟਿਡ ਸੀ ਇੱਕ ਜਗ੍ਹਾ ਤੱਕ, ਇੱਕ ਸ਼ਹਿਰ ਤੱਕ, ਇੱਕ ਇਲਾਕੇ ਤੱਕ, ਉਹ ਹੁਣ ਅਵੇਲੇਬਲ ਹੋ ਰਿਹਾ ਪੂਰੀ ਦੁਨੀਆ ਤੱਕ। ਇਹਦਾ ਮਤਲਬ ਤਾਂ ਫਿਰ ਵਧਿਆ ਨਾ। ਤੇ ਇਹ ਸਾਰੇ ਪੁਆਇੰਟ ਜਿੰਨੇ ਆਪਾਂ ਪੁਆਇੰਟ ਹਜੇ ਤੱਕ ਪੜ੍ਹ ਰਹੇ ਹਾਂ ਸਾਰੇ ਇੰਪੋਰਟੈਂਸ, ਨੀਡ ਤੇ ਬੈਨੀਫਿਟ ਤੇ ਐਡਵਾਂਟੇਜ ਵਿੱਚ ਆ ਰਹੇ ਨੇ। ਤੁਸੀਂ ਇਹ ਪੁਆਇੰਟ ਸਾਰੇ ਨੋਟ ਕਰਦੇ ਜਾਓ। ਜਿਸ ਰੂਪ ਚ ਕੁਐਸਚਨ ਆਏਗਾ ਤੁਸੀਂ ਉਹਨੂੰ ਦੇਣ ਵਿੱਚ ਕਾਮਯਾਬ ਹੋ ਜਾਓਗੇ ਆਨਸਰ, ਤੇ ਸਮਝਣ ਵਿੱਚ ਤੇ ਤੁਸੀਂ ਹਜੇ ਤੱਕ ਪਤਾ ਲਗਾ ਹੀ ਲਿਆ ਹੈਗਾ। ਹੁਣ ਬੱਚਿਓ ਮੈਂ ਬਾਰ-ਬਾਰ ਕਹਿਣਾ ਹੁੰਦਾ ਕਿ ਜਿਸ ਚੈਪਟਰ ਨੂੰ ਜਦੋਂ ਅਸੀਂ ਸਮਝ ਲਿਆ ਉਹਦੀਆਂ ਚੁਣੌਤੀਆਂ ਵੀ ਸਮਝਣੀਆਂ, ਕੁਝ ਉਹਦੀਆਂ ਲਿਮਿਟੇਸ਼ਨ ਵੀ ਸਮਝਣੀਆਂ। ਲਿਮਿਟੇਸ਼ਨ ਦਾ ਇਹ ਭਾਵ ਨਹੀਂ ਹੁੰਦਾ ਕਿ ਉਹਦੇ ਵਿੱਚ ਉਹ ਨੈਗੇਟਿਵ ਚੀਜ਼ਾਂ ਨੇ, ਪਰ ਹੁੰਦਾ ਕੀ ਹੈ ਬੱਚੇ, ਜੋ ਵੀ ਚੀਜ਼ਾਂ ਆਪਾਂ ਸਮਝ ਰਹੇ ਹਾਂ ਉਹਦੀਆਂ ਕੁਝ ਪਰੇਸ਼ਾਨੀਆਂ ਹੁੰਦੀਆਂ ਨੇ, ਉਹਦੀਆਂ ਕੁਝ ਮੁਸ਼ਕਲਾਂ ਹੁੰਦੀਆਂ ਨੇ। ਉਸ ਮੁਸ਼ਕਲਾਂ ਨੂੰ ਅਗਰ ਆਪਾਂ ਸਮਝ ਲਵਾਂਗੇ ਤੇ ਸਾਡੇ ਲਈ ਬੜਾ ਆਸਾਨ ਹੋ ਜਾਏਗਾ ਕਿ ਉਸ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਵੇ। ਕਿਉਂਕਿ ਮੈਂ ਦੱਸ ਰਿਹਾ ਨਾ ਕਿ ਪਹਿਲਾਂ ਡਿਲੀਵਰੀ ਹੋਣਾ ਆਪਣੇ ਆਪ 'ਚ ਨਾ ਇੱਕ ਚੁਣੌਤੀ ਸੀ। ਅੱਜ ਆਪਾਂ ਉਹਨੂੰ ਬੈਨੀਫਿਟ 'ਚ ਗਿਣ ਲਿਆ। ਕਿਉਂ? ਕਿਉਂਕਿ ਅਸੀਂ ਉਹਨੂੰ ਪੂਰਾ ਕਰਨ 'ਚ ਕਾਮਯਾਬ ਹੋ ਗਏ। ਉਸੇ ਤਰ੍ਹਾਂ ਅਗਰ ਅਸੀਂ ਸਮਝੀਏ ਕਿ ਉਹਦੀ ਲਿਮਿਟੇਸ਼ਨ ਜਿਸ ਤਰ੍ਹਾਂ ਹੁਣ ਆ ਰਹੀਆਂ ਨੇ, ਸਿਕਿਉਰਿਟੀ ਕੰਸਰਨ ਆ ਰਹੇ ਨੇ। ਤੁਹਾਨੂੰ ਪਤਾ ਕੁਝ ਚਿਰ ਪਹਿਲਾਂ ਨਾ ਜਦੋਂ ਕਿਸੇ ਵੀ ਆਪਾਂ ਵੈਬਸਾਈਟ ਤੋਂ, ਬਹੁਤ ਜਿਹੜੀਆਂ ਚੰਗੀਆਂ ਵੈਬਸਾਈਟਸ ਵੀ ਹੈਗੀਆਂ ਨੇ, ਉਹਨਾਂ ਤੋਂ ਕੋਈ ਆਰਡਰ ਕਰਦੇ ਹਾਂ ਤੇ ਜਿਹੜਾ ਡਿਲੀਵਰੀ ਬॉय ਹੁੰਦਾ ਸੀ ਉਹਨੂੰ ਸਾਡਾ ਫੋਨ ਨੰਬਰ ਅਵੇਲੇਬਲ ਹੋ ਜਾਂਦਾ ਸੀ ਔਰ ਸਾਨੂੰ ਡਾਇਰੈਕਟਲੀ ਆਪਣੇ ਫੋਨ ਤੋਂ ਕਾਲ ਕਰ ਰਿਹਾ ਹੁੰਦਾ ਸੀ। ਮਗਰ ਹੁਣ ਨਹੀਂ ਹੋ ਰਿਹਾ। ਹੁਣ ਜਿਹੜਾ ਕਾਲ ਆਉਂਦੀ ਹੈਗੀ ਆ ਉਹ ਕੰਪਨੀ ਦੇ ਨੰਬਰ ਤੋਂ ਆਉਂਦੀ ਆ, ਡਿਲੀਵਰੀ ਬॉय ਨੂੰ ਸਾਡਾ ਨੰਬਰ ਨਹੀਂ ਮਿਲ ਰਿਹਾ। ਸਿਕਿਉਰਿਟੀ ਕੰਸਰਨ ਜਿਹੜੇ ਹੈਗੇ ਨੇ ਇਹਦੇ ਚ ਹੈਗੇ ਨੇ। ਅਸੀਂ ਮੰਨ ਕੇ ਚੱਲੀਏ ਕਿ ਚ ਡੇਟਾ ਦਾ ਇਸ਼ੂ ਆ ਰਿਹਾ ਹੈ, ਸਿਕਿਉਰਿਟੀ ਦਾ ਇਸ਼ੂ ਆ ਰਿਹਾ ਹੈਗਾ ਆ, ਮਗਰ ਇਹਨਾਂ ਚਿੰਤਾਵਾਂ ਨੂੰ ਆਪਾਂ ਸਮਝਣਾ, ਕਿਉਂਕਿ ਇਹ ਇੱਕ ਜੌਬ ਅਪਰਚੂਨਿਟੀ ਦਿੰਦੇ ਨੇ ਕਿ ਤੁਸੀਂ ਇਹਨਾਂ ਚਿੰਤਾਵਾਂ ਨੂੰ ਸਮਝੋ ਤੇ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ ਸੋਲਵ ਕਰੋ। ਲੈਕ ਆਫ ਹਿਊਮਨ ਇੰਟਰੈਕਸ਼ਨ, ਇਹ ਵੀ ਇੱਕ ਸਮੱਸਿਆ ਆ ਰਹੀ ਹੈ। ਪਹਿਲਾਂ ਆਪਾਂ ਦੁਕਾਨ ਤੇ ਜਾਂਦੇ ਹਾਂ, ਸਾਡੀ ਡਾਇਰੈਕਟ ਇੰਟਰੈਕਸ਼ਨ ਹੁੰਦੀ ਸੀ। ਇਨਸਾਨੀ ਇੰਟਰੈਕਸ਼ਨ ਆਨਲਾਈਨ ਦੇ ਜ਼ਰੀਏ ਘਟ ਰਹੀ ਹੈਗੀ, ਸੋਸ਼ਲ ਮੀਡੀਆ ਦੇ ਜ਼ਰੀਏ ਘਟ ਰਹੀ ਹੈਗੀ। ਉਹਨੂੰ ਆਪਾਂ ਕਿਸ ਤਰ੍ਹਾਂ ਫੇਸ ਕਰਨਾ ਹੈਗਾ। ਲਿਮਿਟਡ ਪ੍ਰੋਡਕਟ ਇਨਫੋਰਮੇਸ਼ਨ, ਕਈ ਵਾਰ ਜਦੋਂ ਆਪਾਂ ਪਰਸਨਲੀ ਕਿਸੇ ਨੂੰ ਪੁੱਛਦੇ ਹਾਂ ਬਹੁਤ ਡਿਟੇਲ ਸਾਨੂੰ ਇਨਫੋਰਮੇਸ਼ਨ ਦਿੰਦਾ ਸੀ। ਹੁਣ ਜਿੰਨੀ ਸਾਹਮਣੇ ਲਿਖੀ ਉਨੀ ਅਵੇਲੇਬਲ ਆ, ਇਹਨੂੰ ਆਪਾਂ ਕਿਸ ਤਰ੍ਹਾਂ ਨਜਿੱਠਣਾ ਹੈਗਾ। ਕਈ ਵਾਰ ਟੈਕਨੀਕਲ ਪ੍ਰੋਬਲਮ ਆ ਰਹੀਆਂ ਨੇ, ਨੈਟ ਅਵੇਲੇਬਲ ਨਹੀਂ ਹੈ, ਪੇਮੈਂਟ ਦਾ ਜ਼ਰੀਏ ਕੋਈ ਮੁਸ਼ਕਲ ਆ ਰਿਹਾ ਗਿਆ ਆ, ਤੇ ਇਹ ਸਾਰੀਆਂ ਟੈਕਨੀਕਲ ਇਸ਼ੂ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਹੈਗਾ ਆ। ਡਿਲੀਵਰੀ ਤੇ ਰਿਟਰਨ ਦੇ ਇਸ਼ੂਸ ਆ ਰਹੇ ਹੈਗੇ ਨੇ। ਜਿਹੜਾ ਵੇਚਣ ਵਾਲਾ ਉਹਨੂੰ ਇਹ ਪ੍ਰੋਬਲਮ ਆ ਰਹੀ ਆ ਕਿ ਉਹ ਡਿਲੀਵਰੀ ਤੇ ਹੋ ਗਿਆ ਮਗਰ ਉਹਦੀ ਪੇਮੈਂਟ ਹਜੇ ਉਹਨੂੰ ਨਹੀਂ ਮਿਲਦੀ। ਕਿਉਂ? ਕਿਉਂਕਿ ਅਜੇ ਉਹਨੇ 7 ਦਿਨ ਉਹਨੂੰ ਵੇਖਣਾ ਹੈਗਾ, ਵਰਤਣਾ ਹੈਗਾ, ਤੇ ਜੇ ਉਹਨੇ ਰਿਟਰਨ ਕੀਤਾ ਤਾਂ ਫਿਰ ਕਿਸ ਤਰ੍ਹਾਂ ਕਰਨਾ, ਉਹਦਾ ਕਿਰਾਇਆ ਕੌਣ ਦੇਵੇਗਾ। ਇਹ ਸਾਰੀਆਂ ਇਸ਼ੂਸ ਹੈਗੇ ਨੇ ਜਿਹੜੇ ਆਪਾਂ ਸੋਲਵ ਕਰਨੇ ਨੇ, ਕਿਉਂਕਿ ਬਹੁਤ ਮੁਸ਼ਕਲ ਆ ਰਹੀ ਆ ਕਿ ਜਿਹੜੇ ਆਰਡਰ ਹੁੰਦੇ ਨੇ ਉਹ ਆਨਲਾਈਨ ਛੋਟੇ ਹੋ ਰਹੇ ਨੇ ਤੇ ਉਹਦਾ ਡਿਲੀਵਰੀ ਚਾਰजेस ਵੱਡੇ ਨੇ। ਇਹ ਪੂਰੀ ਇੰਡੀਆ ਵਿੱਚ ਖਾਸ ਕਰਕੇ ਪ੍ਰੋਬਲਮ ਆ ਰਹੀ। ਡਿਜੀਟਲ ਡਿਵਾਈਡ ਵੀ ਇੱਕ ਆਪਣੇ ਸਮੱਸਿਆ। ਬਹੁਤ ਸਾਰੇ ਐਸੇ ਲੋਕ ਹੈ ਜਿਹੜੇ ਕਿ ਹਜੇ ਤੱਕ ਇੰਟਰਨੈਟ ਦੀ ਉਪਲਬਧਤਾ ਨੂੰ ਪ੍ਰਾਪਤ ਨਹੀਂ ਕਰ ਪਾਏ ਨੇ। ਉਹਨਾਂ ਤੱਕ ਆਪਾਂ ਕਿਸ ਤਰ੍ਹਾਂ ਪਹੁੰਚਣਾ ਹੈ। ਹੁਣ ਆਪਾਂ ਇਹ ਸਾਰੀ ਚੀਜ਼ਾਂ ਜਦੋਂ ਸਮਝੀਆਂ ਕਿ ਇਹਦਾ ਸਕੋਪ ਕੀ ਹੈਗਾ, ਅਸੀਂ ਵੇਖਿਆ ਕਿ ਬਹੁਤ ਦੂਰ ਦੂਰ ਤੱਕ ਚੱਲਣ ਵਾਲਾ ਹੈਗਾ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਇਹਦਾ ਸਕੋਪ ਜਿਹੜਾ ਹੈਗਾ ਆ ਕਿਤੇ ਵੀ ਸਾਡੇ ਤੋਂ ਹੁਣ ਮਤਲਬ ਸਾਨੂੰ ਸਮਝਣਾ ਪਊਗਾ ਕਿ ਅਸੀਂ ਇਸ ਚੀਜ਼ ਨੂੰ ਸਮਝਾਂਗੇ ਤਾਂ ਹੀ ਆਪਣਾ ਪ੍ਰੋਡਕਟ ਜਿਹੜਾ ਹੈਗਾ ਆ ਉਹ ਵੇਚ ਪਾਵਾਂਗੇ। ਅਗਰ ਆਪਾਂ ਸੋਚਾਂਗੇ ਕਿ ਆਪਾਂ ਟ੍ਰੈਡੀਸ਼ਨਲ ਵੇਜ਼ ਨਾਲ ਹੀ ਕਰੀਏ ਤਾਂ ਸੰਭਵ ਨਹੀਂ ਹੋ ਪਾਊਗਾ। ਜਿਹੜੇ ਵੀ ਦੁਕਾਨਦਾਰ ਨੇ, ਜਿਹੜੇ ਵੀ ਬਿਜ਼ਨਸ ਹੋਲਡਰ ਹੈਗੇ ਨੇ, ਉਹਨਾਂ ਨੇ ਕਿਸੇ ਨਾ ਕਿਸੇ ਰੂਪ ਚ ਇਹਨੂੰ ਅਪਣਾ ਲਿਆ ਹੈਗਾ ਤੇ ਇਸ ਤੋਂ ਬੈਨੀਫਿਟ ਲੈ ਰਹੇ। ਦਾ ਸਕੋਪ ਬਹੁਤ ਵੱਡਾ ਹੈਗਾ। ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਉਸ ਪੋਟੈਂਸ਼ੀਅਲ ਨੂੰ ਆਪਾਂ ਪਛਾਣੀਏ ਤੇ ਆਪਾਂ ਇਹਦੇ ਵਿੱਚ ਹੁਣ ਇਹਦੇ ਚ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ ਨਾ ਕਿ ਬਹੁਤ ਸਾਰੇ ਮਾਡਲ ਹੈਗੇ ਨੇ। ਆਪਾਂ ਇੱਕ ਪੜਿਆ ਸੀ, ਮਗਰ ਇੱਥੇ ਧਿਆਨ ਦਿਓ, ਇੱਕ 1 ਨੰਬਰ ਕੁਐਸਚਨ ਚ ਵੀ ਆ ਜਾਂਦਾ ਹੁੰਦਾ ਜੇ, ਤੇ ਵੈਸੇ ਵੀ ਇਹਦੀ ਸਾਨੂੰ ਸਮਝ ਆਉਣੀ ਚਾਹੀਦੀ ਆ। ਬਿਜ਼ਨਸ ਟੂ ਕੰਜ਼ਿਊਮਰ, ਜਦੋਂ ਆਪਾਂ ਇੱਕ ਬਿਜ਼ਨਸ ਤੋਂ ਡਾਇਰੈਕਟ ਕੰਜ਼ਿਊਮਰ ਤੱਕ ਜਾ ਰਹੇ ਹੈਗੇ ਆ, ਕਈ ਵਾਰ ਕੰਜ਼ਿਊਮਰ ਟੂ ਕੰਜ਼ਿਊਮਰ ਚੱਲ ਰਿਹਾ ਹੁੰਦਾ, ਕਈ ਵਾਰ ਬਿਜ਼ਨਸ ਟੂ ਬਿਜ਼ਨਸ ਚੱਲ ਰਿਹਾ ਹੁੰਦਾ। ਪਹਿਲਾਂ ਆਪਾਂ ਪੁਆਇੰਟ ਆਇਆ ਸੀ ਨਾ, ਉਹ ਇਹ ਪੁਆਇੰਟ ਸੀ, ਬਿਜ਼ਨਸ ਟੂ ਬਿਜ਼ਨਸ। ਮੈਂ ਇੱਕ ਵੱਡੇ ਬਿਜ਼ਨਸ ਹੋਲਡਰ ਕੋ ਜਾ ਕੇ ਕੋਈ ਸਮਾਨ ਖਰੀਦ ਸਕਦਾ। ਕੰਜ਼ਿਊਮਰ ਟੂ ਬਿਜ਼ਨਸ, ਬਿਜ਼ਨਸ ਟੂ ਗਵਰਨਮੈਂਟ, ਕਈ ਵਾਰ ਆਪਾਂ ਗਵਰਨਮੈਂਟ ਤੋਂ ਕੋਈ ਸਮਾਨ ਲੈ ਰਹੇ ਹੁੰਦੇ ਆ, ਠੀਕ ਹੈ ਨਾ, ਉਹਨੂੰ ਵੇਚ ਰਹੇ ਹੁੰਦੇ ਆ, ਠੀਕ ਹੈ, ਦੋਵੇਂ ਚੀਜ਼ਾਂ ਚੱਲਦੀਆਂ ਹੈਗੀਆਂ। ਕਈ ਵਾਰ ਗਵਰਨਮੈਂਟ ਕੰਜ਼ਿਊਮਰ ਨੂੰ ਕੋਈ ਸਮਾਨ ਵੇਚ ਰਹੀਆਂ ਹੁੰਦੀਆਂ, ਕੋਈ ਗਵਰਨਮੈਂਟ ਕੋ ਪ੍ਰੋਡਕਟ ਹੁੰਦੇ ਨੇ ਉਹ ਕੰਜ਼ਿਊਮਰ ਨੂੰ ਵੇਚੇ ਜਾ ਰਹੇ ਹੈਗੇ। ਇਹ ਸਾਰੇ ਬਿਜ਼ਨਸ ਮਾਡਲ ਵੀ ਆਪਾਂ ਸਮਝਣੇ, ਕਿਉਂਕਿ ਇਹ ਸਾਰੇ ਈ-ਕਮਰਸ ਵਿੱਚ ਆ ਗਏ ਨੇ। ਅਸੀਂ ਪਹਿਲੇ ਮਾਡਲ ਤੇ ਬੈਠੇ ਹੋਏ, ਸਾਨੂੰ ਲੱਗ ਰਿਹਾ ਕਿ ਮੇਰਾ ਬਿਜ਼ਨਸ ਹੈ, ਮੈਂ ਕੰਜ਼ਿਊਮਰ ਨੂੰ ਵੇਚਣਾ ਹੈਗਾ। ਨਹੀਂ, ਹੁਣ ਬਹੁਤ ਅੱਗੇ ਵੱਧ ਚੁੱਕੀ ਹੈ ਗੱਲ।
ਕੰਜ਼ਿਊਮਰ ਟੂ ਕੰਜ਼ਿਊਮਰ ਵੀ ਚੱਲ ਰਿਹਾ, ਲੋਕੀ ਆਪਣਾ ਸਮਾਨ ਦੂਸਰੇ ਕੰਜ਼ਿਊਮਰ ਨੂੰ ਵੇਚੀ ਜਾ ਰਹੇ ਹੈਗੇ ਨੇ, ਬਿਜ਼ਨਸ ਟੂ ਬਿਜ਼ਨਸ ਚੱਲ ਰਿਹਾ ਹੈਗਾ, ਮੈਂ ਇੱਕ ਛੋਟਾ ਬਿਜ਼ਨਸ ਕਰ ਰਿਹਾ, ਮੈਂ ਇੱਕ ਵੱਡੇ ਬਿਜ਼ਨਸ ਤੋਂ ਸਮਾਨ ਡਾਇਰੈਕਟਲੀ ਆਨਲਾਈਨ ਲੈ ਸਕਦਾ ਹੈਗਾ। ਇਸ ਤਰ੍ਹਾਂ ਕਰਕੇ ਇਹ ਸਾਰੇ ਬਿਜ਼ਨਸ ਸਮਝਦੇ, ਮੈਂ ਗਵਰਨਮੈਂਟ ਨੂੰ ਵੀ ਕੋਈ ਸਮਾਨ ਵੇਚ ਸਕਦਾ, ਜਿੰਨਾ ਆਪ ਤੁਸੀਂ ਰੇਲਵੇ 'ਚ ਪ੍ਰੋਡਕਟ ਵੇਚਦੇ ਜੇ ਉਹ ਕਿਸੇ ਨੇ ਤੇ ਵੇਚਿਆ ਹੀ ਹੋਊਗਾ ਗਵਰਨਮੈਂਟ ਨੂੰ, ਜਿੰਨੇ ਵੀ ਗਵਰਨਮੈਂਟ ਦੇ ਸੰਸਥਾਨ ਤੁਸੀਂ ਵੇਖਦੇ ਸਰਕਾਰੀ ਸਕੂਲ 'ਚ ਜੋ ਆਇਆ ਉਹ ਕਿਸੇ ਨੇ ਤੇ ਵੇਚਿਆ ਹੀ ਹੋਊਗਾ। ਇਸੇ ਤਰ੍ਹਾਂ ਗਵਰਨਮੈਂਟ ਵੀ ਕਦੇ ਕੰਜ਼ਿਊਮਰ ਨੂੰ ਵੇਚਦੀ ਹੈਗੀ, ਤੇ ਇਹ ਸਾਰੀਆਂ ਚੀਜ਼ਾਂ ਆਪਾਂ ਪਿਆਰੇ ਬੱਚਿਓ ਸਮਝਣੀਆਂ। ਤੇ ਪਿਆਰੇ ਬੱਚਿਓ ਅੱਜ ਅਸੀਂ ਜਿਹੜਾ ਚੈਪਟਰ ਸਮਝਿਆ ਇੰਟਰੋਡਕਸ਼ਨ ਟੂ ਈ-ਕਮਰਸ, ਮੈਨੂੰ ਲੱਗਦਾ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਧੰਨਵਾਦ, ਜੈ ਹਿੰਦ।